ਤੁਸੀਂ ਵੇਖ ਰਹੇ ਹੋ ਛਨਕਾਟਾ ਟੀਵੀ ਨਿਊਜ਼। मैं मेरे उत्ते मेरे गाने तो ਇਹਦਾ ਲਾਈਟਾਂ ਵਾਲਾ ਜਿਹੜਾ ਅੱਜ ਦੁਨੀਆ ਲਾਈਟਾਂ ਵਾਲਾ ਕਹਿ ਰਹੀ ਹੈ ਨਾ ਬਾਬਾ ਲਾਈਟਾਂ ਵਾਲਾ ਤੇ ਮੇਰੇ ਗਾਣੇ ਤੋਂ ਇਹ ਲਾਈਟਾਂ ਵਾਲਾ ਮੈਨੂੰ ਲਾਈਟਾਂ ਵਾਲਾ ਕਹਿੰਦੇ ਨੇ ਉਹ ਮੇਰੇ ਭਵਨ ਚ ਗੁੰਡੇ ਰਹਿੰਦੇ ਨੇ ਤੈਨੂੰ ਉਸੇ ਰਸਤੇ ਪਾ ਦੂੰਗਾ ਉਹ ਬੱਚਾ ਘਰ ਬਾਰ ਛੱਡ ਕੇ ਆ ਜਾਵੀਂ ਤੇਰੇ ਅੰਦਰ ਮੈਂ ਲਾਈਟ ਜਗਾ ਦੂੰਗਾ ਤੂੰ ਘਰ ਬਾਰ ਛੱਡ ਕੇ ਆ ਜਾਵੀਂ ਤੂੰ ਸਿੱਖ ਤਾਂ ਟਿੰਡ ਕਢਾ ਦੂੰਗਾ ਉਹ ਜੇ ਮੋਨਾ ਤੇ ਪੁੱਤਰ ਖਾ ਦੂੰਗਾ ਉਹ ਤੇਰੇ ਰਿਸ਼ਤੇਦਾਰ ਛਡਾਵਾ ਦੂੰਗਾ ਬੱਚਾ ਘਰ ਬਾਰ ਛੱਡ ਕੇ ਆ ਜਾਵੀਂ ਤੇਰੇ ਅੰਦਰੇ ਮੈਂ ਲਾਈਟ ਜਗਾ ਦੂੰਗਾ ਤੂੰ ਘਰ ਬਾਰ ਛੱਡ ਕੇ ਆ ਜਾਵੀਂ। ਹੁਣ ਜੀ ਸਾਡੇ ਨਾਲ ਜੀ ਪੂਰਨ ਸਿੰਘ ਮੌਜੂਦ ਨੇ ਜੀ ਜੋ ਕਿ ਆਸ਼ੂਤੋਸ਼ ਮਹਾਰਾਜ ਦੀ ਜੋ ਗੱਡੀ ਚਲਾਉਂਦੇ ਸੀ ਡਰਾਈਵਰ ਸਨ। ਇਹਨਾਂ ਨੂੰ ਪੁੱਛਦੇ ਆ ਵੀ ਪਹਿਲਾਂ ਤਾਂ ਤੁਹਾਨੂੰ ਜਿਹੜੀ ਜੌਬ ਤੁਸੀਂ ਲਈ ਆ ਉਹ ਕਿਵੇਂ ਜੌਬ ਮਿਲੀ ਆ ਤੁਹਾਨੂੰ, ਪਹਿਲਾਂ ਉਹਦੇ ਬਾਰੇ ਜ਼ਰੂਰ ਦੱਸੋ, ਬਾਕੀ ਗੱਲ ਆਪਾਂ ਬਾਅਦ ਚ ਕਰਦੇ ਹਾਂ। ਪਹਿਲਾਂ ਸੰਗਤ ਨੂੰ ਸਾਰੇ ਜਿੱਦਾਂ ਵੀਰਾਂ ਨੂੰ ਸਤਿ ਸ੍ਰੀ ਅਕਾਲ ਬੁਲਾ ਲਈਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤ ਜੀਓ, ਮੈਂ ਪੂਰਨ ਸਿੰਘ ਦੇਸਲ ਸਾਬਕਾ ਡਰਾਈਵਰ ਆਸ਼ੂਤੋਸ਼ ਬੜੇ ਲੰਬੇ ਸਮੇਂ ਤੋਂ ਮੈਂ ਇਹ ਪਖੰਡ ਦੇ ਨਾਲ ਲੜਾਈ ਲੜਦਾ ਆ ਰਿਹਾ ਤਾਂ ਲੰਬੇ ਸਮੇਂ ਤੋਂ ਲੜਦਾ ਹਾਂ ਤੇ ਲੜਦਾ ਜਾਊਂਗਾ ਜੀ। ਸੋ ਗੱਲ ਹੈ ਵੀ ਗੱਲ ਆਪਾਂ ਕਰਦੇ ਆ ਵੀ ਇਹ ਆਇਆ ਕਿੱਥੋਂ ਆ ਜਿੱਦਾਂ ਬਾਬਾ ਬਾਜਰਾ। ਮੈਂ ਤੁਹਾਡੇ ਸਵਾਲ ਤੋਂ ਜਵਾਬ ਤੋਂ ਪਹਿਲਾਂ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਆ। ਅੱਜ ਤੁਸੀਂ ਸ਼ੁਰੂਆਤ ਕੀਤੀ ਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਕਹਿ ਕੇ, ਤੇ ਜਿੱਦਣ ਇਹ ਬਾਬਾ ਇੱਥੇ ਆਇਆ ਸੀ ਉਦੋਂ ਤੁਸੀਂ ਇਹ ਗੱਲ ਕਿਉਂ ਨਹੀਂ ਕਹੀ? ਉਦੋਂ ਪਖੰਡਵਾਦ ਦੇ ਨਾਲ ਕਿਵੇਂ ਜੁੜ ਗਏ ਤੁਸੀਂ? ਇਹ ਤਾਂ ਪਹਿਲਾਂ ਜਵਾਬ ਮੈਨੂੰ ਚਾਹੀਦਾ। ਬੱਚੇ ਨੂੰ ਨਾ ਪਾਲਿਆ ਜਾਂਦਾ, ਉਹ 25-30 ਸਾਲ ਦਾ ਹੋ ਜਾਂਦਾ, ਉਹ ਫਿਰ ਗਲਤੀ ਕਰ ਲਵੇ ਤਾਂ ਫਿਰ ਮਾਪੇ ਵੀ ਉਹ ਤੋਂ ਪਿੱਛੇ ਹਟ ਜਾਂਦੇ ਆ। ਅਸੀਂ ਤਾਂ ਚਲੋ ਜਿੱਦਾਂ ਦੇ ਹੈਗੇ ਆ, ਜੋ ਕੋਈ ਗਲਤੀ ਕੋਈ ਵੀ ਕਰਦਾ ਨਾ ਉਹ ਤੋਂ ਫਿਰ ਪਿੱਛੇ ਹਟਣਾ ਪੈਂਦਾ। ਪਹਿਲੇ ਮੰਨ ਲਓ ਵੀ ਸਾਨੂੰ ਨਹੀਂ ਸੀ ਗਲਤੀ ਦਾ ਪਤਾ ਤਾਂ, ਤੇ ਜਦੋਂ ਡੇਰਾ ਛੋਟਾ ਸੀ ਉਦੋਂ ਦਾ ਤੁਸੀਂ ਕਹਿਤਾ ਬਈ ਆਹ ਚੀਜ਼ ਹੋ ਗਈ ਵੀ ਹਾਂ ਹੋ ਗਿਆ, ਉੱਥੇ ਗਲਤ ਹੁੰਦਾ ਸੀ। ਜਦੋਂ ਡੇਰਾ ਵੱਡਾ ਹੋ ਗਿਆ, ਕਾਫੀ ਵੱਡਾ ਡੇਰਾ ਬਣ ਗਿਆ, ਫਿਰ ਤੁਸੀਂ ਉਹਦੇ ਵਿੱਚ ਤੁਹਾਡੀਆਂ ਲੜਾਈ ਸ਼ੁਰੂ ਹੋ ਗਈ, ਤੁਹਾਡੀਆਂ ਆਪਸੀ ਜਿਹੜੀਆਂ ਰੰਸ਼ਾਂ ਬਾਹਰ ਹੋ ਗਈਆਂ ਵੀ ਉੱਥੇ ਗਲਤ ਹੋ ਰਿਹਾ ਸੀ, ਕਿਆ ਕੁਝ ਹੋ ਰਿਹਾ ਸੀ। ਇਹੋ ਹੀ ਦੱਸਣ ਜਾ ਰਹੇ ਹਾਂ ਅੱਜ ਜੀ ਵੀ ਡੇਰਾ ਬਣਿਆ ਕਿਵੇਂ ਜੀ, ਇਹ ਬਾਬਾਵਾਦ ਜਿਹੜਾ ਹੈ ਪੰਜਾਬ ਦੇ ਵਿੱਚ ਛਾਇਆ ਕਿਵੇਂ ਜੀ। ਹੁਣ ਬਿਲਕੁਲ ਜੀ, ਹੁਣ ਆਪਾਂ ਸ਼ੁਰੂਆਤ ਤੇ ਆ ਜਾਈਏ ਜੀ। ਹੁਣ ਡਰਾਈਵਰੀ ਦੱਸੋ ਵੀ ਪਹਿਲਾਂ ਡਰਾਈਵਰੀ ਤੁਹਾਡੀ ਕਿੱਥੋਂ ਸਟਾਰਟ ਹੋਈ ਹੈ ਤੇ ਕਿਵੇਂ ਮੇਲ ਕਿਵੇਂ ਹੋਇਆ? ਅੱਛਾ, ਉਹ ਗੱਲ ਇੱਦਾਂ ਹੋਈ ਵੀ ਸਾਡੇ ਨਾਲ ਮਕਬੂਲ ਮਾਈਕਲ ਮੈਸਮਪੁਰ ਸੀ, ਇਹ ਵੀ ਸਾਡੇ ਨਾਲ ਹੀ ਉੱਥੇ ਕੰਮ ਕਰਦਾ ਸੀਗਾ ਜੀ। ਤੇ ਬਰਕਤ ਸਿੱਧੂ ਦਾ, ਮੈਂ ਬਰਕਤ ਸਿੱਧੂ ਦਾ ਸ਼ਾਗਿਰਦ ਸੀਗਾ ਤੇ ਪੂਰਨ ਦੇ ਸ਼ਾਗਿਰਦ ਸਾਬਰ ਕੋਟੀ ਤਾਂ ਹੰਸ। ਬਾਕੀ ਸਾਡਾ ਮੇਲ ਜਿਹੜਾ ਸੀ ਇਕੱਠਿਆਂ ਦਾ ਰਹਿੰਦਾ ਸੀ, ਅਸੀਂ ਇਕੱਠੇ ਰਹਿੰਦੇ ਸੀਗੇ। ਤੋਂ ਜਦੋਂ ਅਸੀਂ ਇੱਥੇ ਡੇਰੇ ਦੇ ਵਿੱਚ ਸਾਨੂੰ ਮਕਬੂਲ ਮਾਈਕਲ ਮੈਨੂੰ ਲੈ ਕੇ ਆਇਆ ਜੀ, ਕਹਿੰਦਾ ਵੀ ਚਲੋ ਤੈਨੂੰ ਰੱਬ ਦੇ ਦਰਸ਼ਨ ਕਰਾਵਾਂ। ਅੱਛਾ, ਹੁਣ ਚਲੋ ਹਰ ਬੰਦਾ ਚਾਹੁੰਦਾ ਵੀ ਯਾਰ ਰੱਬ ਦੇਖ ਹੀ ਲਈਏ ਵੀ ਰੱਬ ਹੈਗਾ ਕਿੱਦਾਂ ਦਾ। ਰੱਬ ਦੇਖਣ ਆਇਆ, ਫਸ ਗਿਆ। ਇਹਨਾਂ ਨੇ ਮੈਂ ਕਹਿੰਦੇ ਜੀ ਦੂਜੇ ਐਤਵਾਰ ਆਇਓ। ਅਸੀਂ ਦੂਜੇ ਐਤਵਾਰ ਮੈਂ ਫਿਰ ਇਕੱਲਾ ਹੀ ਆ ਗਿਆ। ਇਹਨਾਂ ਨੂੰ ਕਿਤੇ ਫੀਐਡ ਕਾਰ, ਇਹ ਭਾਜੀ ਹੁਣੀ ਮੇਰੇ ਨਾਲ ਹੀ ਬੈਠੇ ਆ, ਇਹਨਾਂ ਨੇ ਫੀਐਡ ਕਾਰ ਕਿਸੇ ਨੇ ਦਾਨ ਕਰ ਦਿੱਤੀ। ਉਹ ਕਿਸੇ ਦੇ ਕੋਲੋਂ ਸੈੱਟ ਨਾ ਆਵੇ ਤੇ ਮੈਨੂੰ ਕਹਿੰਦਾ ਤੂੰ ਛੋਟਾ ਹੁੰਦਾ ਗੱਡੀਆਂ ਚਲਾਉਂਦਾ, ਤੂੰ ਚਲਾ ਕੇ ਦੇ ਲੈ। ਮੈਂ ਇੱਧਰ ਨੂੰ ਬਡਾਲੇ ਵੱਲ ਨੂੰ ਲੈ ਗਿਆ, ਗੱਡੀ ਸੈੱਟ ਆ ਗਿਆ, ਮੈਂ ਇਹਨਾਂ ਨੂੰ ਫਿੱਟ ਆ ਗਿਆ। ਇਹਨਾਂ ਨੇ ਕਮਲੇ ਜਿੱਦਾਂ ਨਾ ਲੋਕੀ ਸਾਰੇ ਇਕੱਠੇ ਹੋ ਗਏ। ਪਾਗਲ ਲੱਭਣ ਦੀ ਲੋੜ ਨਹੀਂ, ਬਹੁਤ ਦੁਨੀਆ ਪਾਗਲ ਤੁਰੀ ਫਿਰਦੀ ਆ। ਇਹਨਾਂ ਲੱਭਣ ਦੀ, ਬਾਬਿਆਂ ਨੂੰ ਲੱਭਣ ਦੀ ਲੋੜ ਨਹੀਂ ਪੈਂਦੀ। ਉਸ ਪਾਗਲਾਂ ਵਿੱਚ ਤੁਸੀਂ ਵੀ ਸੀ, ਮੈਂ ਵੀ ਪਾਗਲ ਦੇ ਵਿੱਚ, ਮੈਂ ਵੀ ਉਹਨਾਂ ਦੇ ਵਿੱਚ ਹੀ ਪਾਗਲ ਕਹਿ ਰਹੇ ਆ। ਸ਼ਾਇਦ ਹੋ ਸਕਦਾ ਤੁਹਾਨੂੰ ਦੇਖ ਕੇ ਅਸੀਂ ਵੀ ਪਾਗਲ ਸੀਗੇ, ਅਸੀਂ ਵੀ ਪਾਗਲ ਸੀ ਤਾਂ ਹੀ ਫਸ ਗਏ। ਅੱਛਾ, ਜਦੋਂ ਗੱਡੀ ਦਾ ਨਾ ਮੈਂ ਚਲਾ ਕੇ ਆਇਆ ਤੇ ਇਹਨਾਂ ਨੇ ਭਾਜੀ ਹੁਣਾਂ ਨੇ ਜਕਾਰੇ ਛੱਡਤੇ ਵੀ ਜਕਾਰਾ ਉਹਨਾਂ ਦਾ ਉਦੋਂ ਹੁੰਦਾ ਹੀ ਆ, ਜੈ ਮਹਾਰਾਜ ਦੀ, ਜੈ ਮਹਾਰਾਜ ਦੀ। ਤੇ ਅੱਜ ਇਹਦਾ ਜੈ ਰਾਮ RSS ਦਾ ਇਹਨਾਂ ਦੇ ਉੱਤੇ ਹੱਥ ਪੈ ਗਿਆ। ਮੈਂ ਗੱਲ ਕਰਨ ਜਾ ਰਿਹਾ ਵੀ ਇਹ ਡੇਰਾਬਾਦ ਬਣਿਆ ਕਿਵੇਂ ਤੇ ਆਇਆ ਕਿੱਥੋਂ? ਨਹੀਂ, ਇਹ ਤਾਂ ਚਲੋ ਆ ਗਿਆ ਜਿੱਥੋਂ ਆਉਣਾ ਸੀ, ਹਨਾ। ਤੁਸੀਂ ਹੁਣ ਇੱਕ ਵਾਸਤੇ ਤੁਸੀਂ ਰੱਬ ਬਣਾ ਲਿਆ, ਇੱਕ ਰੱਬ ਦੇ ਦਰਸ਼ਨ ਕਰਨ ਗਏ, ਰੱਬ ਦੇ ਦਰਸ਼ਨ ਕੀਤੇ, ਤੁਹਾਨੂੰ ਉੱਥੇ ਡਰਾਈਵਰੀ ਮਿਲ ਗਈ, ਜੌਬ ਮਿਲ ਗਈ ਤੁਹਾਨੂੰ। ਉਸ ਤੋਂ ਬਾਅਦ ਰੱਬ ਤੋਂ ਇਹ ਯੱਬ ਕਿਵੇਂ ਹੋ ਗਿਆ? ਤੁਹਾਡੇ ਦਿਮਾਗ 'ਚ ਕਿਵੇਂ ਯੱਬ ਪੈ ਗਿਆ ਵੀ ਇਹ ਹੁਣ ਰੱਬ ਨਹੀਂ ਹੈਗਾ, ਯੱਬ ਹੈ? ਅਸੀਂ ਸਨ 92 ਦੇ ਵਿੱਚ ਜਦੋਂ ਦਿੱਲੀ ਚਲੇ ਗਏ, ਸਾਡੇ ਨਾਲ 3 ਕੁੜੀਆਂ ਸੀ
ਤੇ 3-4 ਜਣੇ ਸੀ ਹੂੰ ਉੱਥੇ। ਫਿਰ ਜਦੋਂ ਜੱਬ ਪਿਆ, ਮੇਰੀ ਡਿਊਟੀ ਜਿਹੜੀ ਸੀਗੀ, ਡਿਊਟੀ ਸੀ ਮੇਰੀ 11 ਤੋਂ 1 ਵਜੇ ਤੱਕ। ਹੂੰ ਤੇ ਮੈਂ 12:30 ਵਜੇ ਹੀ ਰੱਬ ਨੂੰ ਦੇਖ ਲਿਆ। ਹੂੰ 12:30 ਵਜੇ ਜਦੋਂ ਰੱਬ ਨੂੰ ਦੂਜੀ ਦੁਨਿਆਵੀ ਹਿਸਾਬ ਦੇ ਵਿੱਚ ਦੇਖਿਆ, ਉੱਥੇ ਸਾਡਾ ਵਿਰੋਧ ਸ਼ੁਰੂ ਹੋ ਗਿਆ। ਹੂੰ ਵਿਰੋਧ ਸ਼ੁਰੂ ਹੋ ਗਿਆ। ਨਹੀਂ, ਦੁਨਿਆਵੀ ਕਿਹੜੀ ਚੀਜ਼ ਤੁਸੀਂ ਇਦਾਂ ਦੀ ਦੇਖ ਲਈ ਜਿਹੜੀ ਤੁਹਾਨੂੰ ਵਿਰੋਧ ਸ਼ੁਰੂ ਕਰਤਾ ਤੁਸੀਂ ਇੱਕਦਮ? ਆਹ ਜਿਹੜੀ ਗੱਲ ਆਪਾਂ ਕਰਦੇ ਵੀ ਲਟਕੀਆਂ ਨੂੰ, ਜਦੋਂ ਬੰਦਾ ਅੱਛਾ। ਨਾ ਲਟਕੀਆਂ ਰੱਖਦਾ ਤੇ ਉਦੋਂ ਉਹਨਾਂ ਦੇ ਫਿਰ ਤਬਾਹ ਹੋਣਾ ਸ਼ੁਰੂ ਹੋ ਜਾਂਦਾ। ਹੂੰ ਉਦੋਂ ਤਬਾਹ ਹੋਣਾ ਸ਼ੁਰੂ ਹੁੰਦਾ। ਇਹਨੇ ਲਟਕੀਆਂ ਦਾ ਉਦੋਂ ਵੀ ਇੱਕ ਲਟਕੀ ਦੇ ਨਾਲ ਹੀ ਮੈਂ ਇਹੋ ਜਿਹਾ ਕੋਈ ਕਰਮ ਦੇਖ ਲਿਆ ਜਿਹੜਾ ਮੇਰੇ ਤੋਂ ਬਰਦਾਸ਼ਤ ਨਾ ਹੋਇਆ। ਤੁਸੀਂ ਕਿਹਾ ਵੀ ਤੁਸੀਂ ਰੱਬ ਨੂੰ ਦੇਖ ਕੇ ਵੀ ਤੁਸੀਂ ਪਹਿਲਾਂ ਰੱਬ ਕਹਿੰਦੇ ਸੀਗੇ ਜਾਂ ਤੂੰ ਇਹਨੂੰ ਗੁਰੂ ਸਮਝਦੇ। ਹਾਂ ਠੀਕ ਆ, ਅਸੀਂ ਸਮਝਦੇ ਸੀ, ਪਰ ਜਦੋਂ ਕੋਈ ਗਲਤੀ ਕਰ ਲੈਂਦਾ, ਚਾਹੇ ਮੈਂ ਕਿਉਂ ਨਾ ਗਲਤੀ ਕਰ ਲਵਾਂ, ਤੇ ਮੈਨੂੰ ਵੀ ਫਿਰ ਤੁਸੀਂ ਜੁੱਤੀਆਂ ਮਾਰੋਗੇ। ਬਿਲਕੁਲ ਜੀ। ਇਹੋ ਹੀ ਗੱਲ ਇਸ ਡੇਰੇ ਦੀ ਆ। ਹੁਣ ਤਾਂ ਬਹੁਤ ਵੱਡੇ ਤੌਰ ਤੇ ਚੱਲ ਪਿਆ ਕੰਮ। ਲੜਕੀਆਂ ਨੇ, ਕਈਆਂ ਨੇ ਸੂਰਜ ਹੀ ਨਹੀਂ ਦੇਖਿਆ ਹੋਇਆ 20 ਸਾਲਾਂ ਤੋਂ। ਤਾਂ ਸੋ ਗੱਲ ਇਦਾਂ ਆ ਵੀ ਇਹ ਡੇਰੇ ਬਾਦ ਦੀ ਮੈਂ ਗੱਲ ਕਰਦਾ ਸੀ। ਤੁਸੀਂ ਕਹਿੰਦੇ ਵੀ ਡੇਰਾ ਇਦਾਂ ਵੀ ਪਹਿਲਾਂ ਛੋਟਾ ਸੀਗਾ ਤੇ ਤੁਸੀਂ ਉਦੋਂ ਬੋਲੇ ਨਹੀਂ, ਤੇ ਹੁਣ ਵੱਡਾ ਹੋ ਗਿਆ ਤੇ ਤੁਸੀਂ ਬੋਲਣ ਲੱਗ ਪਏ। ਮੈਂ ਗੱਲ ਕਰਦਾ ਵੀ ਡੇਰਾ ਆਇਆ ਕਿੱਥੋਂ ਤੇ ਇਹ ਡੇਰਾ ਬਾਦ ਪੰਜਾਬ ਦੇ ਵਿੱਚ ਛਾਇਆ ਕਿਵੇਂ। ਆਪਾਂ ਨੂਰ ਮਹਿਲੀਆਂ ਦੀ ਗੱਲ ਹੀ ਕਰ ਲਈਏ। ਨੂਰ ਮਹਿਲੀਆਂ ਦੀ ਨਹੀਂ, ਉਹ ਨਾ ਗੱਲ ਤਾਂ ਨੂਰ ਮਹਿਲੀਆਂ ਦੀ ਆਊ। ਇਹ ਵੀ ਤਾਂ ਪੂਰੇ ਪੰਜਾਬ ਵਿੱਚ ਛਾਇਆ, ਤਾਂ ਮੈਂ ਪੰਜਾਬ ਦੀ ਗੱਲ ਕੀਤੀ ਨਾ। ਇਹ RSS ਨੇ 35 ਅੱਖਰਾਂ ਦੇ ਵਿੱਚੋਂ ਬੱਬਾ ਅੱਖਰ ਚੱਕ ਲਿਆ। ਅੱਛਾ। 3 ਬੱਬੇ ਜਦੋਂ ਇਕੱਠੇ ਹੋ ਜਾਣ ਤੇ ਮਾਫੀਆ ਗਰੋਹ ਬਣ ਜਾਂਦਾ। ਮਾਫੀਆ ਗਰੋਹ ਬਣ ਗਿਆ। 3 ਬੱਬਿਆਂ ਦੇ ਬਾਰੇ ਵੀ ਥੋੜਾ ਜਿਹਾ ਦਰਸ਼ਕਾਂ ਨੂੰ ਦੱਸਣਾ ਪਾਜੀ। 3 ਬੱਬੇ ਕਿਹੜੇ ਨੇ? ਬੱਬੇ ਵੇਖੋ ਜੀ, ਬੱਬਾ ਕਿੱਧਰ ਨੂੰ ਜਾਂਦਾ ਹੈ। ਬੱਬਾ ਬਾਦਲ ਤੇ ਬੱਬਾ ਹੀ ਬਾਬੇ ਤੇ ਬੱਬਾ ਹੀ ਬਦਮਾਸ਼। ਤੁਸੀਂ ਕਹਿੰਦੇ ਹੋਣੇ ਵੀ ਬਾਬੇ ਕਿਉਂ, ਬਾਬਿਆਂ ਦੇ ਵਿੱਚ ਕਿਉਂ ਨਾਂ ਲਿਆ? ਬਾਬੇ ਤੇ ਬਾਬਾ ਨਾਨਕ ਨੂੰ ਵੀ ਅਸੀਂ ਬਾਬਾ ਕਹਿੰਦੇ ਆ, ਆਪਦੇ ਪਿਓ ਦੇ ਪਿਓ ਨੂੰ ਵੀ ਅਸੀਂ ਬਾਬਾ ਕਹਿੰਦੇ ਸਤਿਕਾਰ ਦੇ ਨਾਲ। ਉਹਨਾਂ ਬਾਬਿਆਂ ਦਾ ਮੈਂ ਗੱਲ ਨਹੀਂ ਕਰਦਾ, ਮੈਂ ਬਦਮਾਸ਼ ਬਾਬਿਆਂ ਦੀ ਗੱਲ ਕਰਨ ਜਾ ਰਿਹਾ। ਜੇ ਆਸਾ ਰਾਮ ਬਦਮਾਸ਼ ਨਾ ਹੁੰਦਾ ਤੇ ਪੇ ਪੁੱਤ ਜੇਲ੍ਹ 'ਚ ਨਾ ਹੁੰਦੇ। ਜੇ ਰਾਮ ਰੀ ਬਦਮਾਸ਼ ਨਾ ਹੁੰਦਾ ਤਾਂ ਸਹੇਲੀ ਲੈ ਕੇ ਜੇਲ੍ਹ 'ਚ ਨਾ ਜਾਂਦਾ। ਜੇ ਭਨਿਆਰਾਂ ਵਾਲਾ ਬਦਮਾਸ਼ ਨਾ ਹੁੰਦਾ ਤੇ ਉੱਤੇ ਵਿਵਾਦ ਨਾ ਖੜਾ ਹੁੰਦਾ। ਜੇ ਰਾਮਪਾਲ ਬਦਮਾਸ਼ ਨਾ ਬਣਦਾ ਤੇ ਜੇਲ੍ਹ 'ਚ ਨਾ ਜਾਂਦਾ। ਮੈਂ ਇਹਨਾਂ ਬਦਮਾਸ਼ਾਂ ਦੀ ਗੱਲ ਕਰਦਾ, ਮੈਂ ਉਹਨਾਂ ਸੰਤਾਂ ਦੀ ਨਹੀਂ ਗੱਲ ਕਰਦਾ। ਮੈਂ ਕਿਸੇ ਵੀ ਬਾਬੇ ਦੇ ਮੈਂ ਖਿਲਾਫ ਨਹੀਂ ਹੈਗਾ। ਜੋ ਮਰਜ਼ੀ ਕੋ ਕਰੇ, ਆਪਦਾ ਰੱਬ ਦਾ ਨਾਂ ਲੈਣ ਦੇ। ਮੈਂ ਸਭ ਦਾ, ਇਹ ਰੱਬ ਦਾ ਨਾਂ ਨਹੀਂ ਲੈ ਰਹੇ। ਇਹਨਾਂ ਦੀਆਂ ਕੰਪਨੀਆਂ, ਜਿਹੜੀ ਨੂਰਮਹਿਲ ਦੇ ਵਿੱਚ ਇਹ ਕੰਪਨੀ ਆ। ਅੱਛਾ। ਜਿੱਦਾਂ ਰਿਲਾਇੰਸ ਦੀ ਕੰਪਨੀ ਹੋ ਗਈ, ਏਅਰਟੈਲ ਦੀ ਕੰਪਨੀ ਹੋ ਗਈ, ਇਹਨਾਂ ਦੀ ਵੀ ਕੰਪਨੀ ਆ। ਇਹ ਮਜੀਠੀਏ ਦੀ ਵੀ ਕੰਪਨੀ ਆ। ਡੇਰਾ ਕਿਤੇ ਮੱਥਾ ਟੇਕਣ ਨਹੀਂ ਏਡਾ ਵੱਡਾ ਹੋ ਜਾਂਦਾ। ਇਹ ਬਾਦਲਾਂ ਦੀ ਕਿਰਪਾ ਇੱਥੇ। ਅੱਛਾ। ਚੋਲੇ ਪਾ ਕੇ ਇਹ ਚੀਜ਼ਾਂ ਨੂੰ ਕੱਲ ਨੂੰ ਸਾਬਤ ਵੀ ਕਰਨਾ ਪੈ ਸਕਦਾ। ਮੈਂ ਕਹਾਂ ਮੇਰੇ ਤੇ ਕੇਸ ਕਰ ਦੇਣ। ਮੇਰੇ ਤੇ ਕੇਸ ਕਰ ਦੇਣ। ਜੋ ਮੈਂ ਕੁਛ ਅੱਜ ਬੋਲਣਾ ਨਾ, ਜੋ ਵੀ ਜਿਹਦੇ ਮੈਂ ਖਿਲਾਫ ਬੋਲੂੰਗਾ ਉਹਨੂੰ ਮੈਂ ਨੰਬਰ ਵੀ ਦੇਵਾਂਗਾ, ਬੋਲ ਕੇ ਨੰਬਰ ਦੱਸੂੰਗਾ ਵੀ ਮੇਰੇ ਨਾਲ ਗੱਲ ਵੀ ਕਰ ਔਰ ਮੇਰੇ ਤੇ ਹਾਈ ਕੋਰਟ 'ਚ ਕੇਸ ਵੀ ਕਰ। ਮੈਂ ਪ੍ਰੂਫ ਮੈਂ ਉੱਥੇ ਦਊਂਗਾ। ਕੋਈ ਜ਼ਰੂਰੀ ਥੋੜ੍ਹਾ ਵੀ ਮੈਂ ਇੱਥੇ ਦੇਣੇ। ਅੱਜ ਮਜੀਠੀਏ ਨੂੰ ਵੀ ਹੁੰਦਾ, ਇਹਨਾਂ ਦੇ ਪਰਿਵਾਰ ਨੂੰ ਸਾਰੇ ਨੂੰ ਕਿਉਂ ਦਬਲਿਆ ਗਿਆ? ਕੋਈ ਨਾ ਕੋਈ ਤਾਂ ਗਲਤੀ ਹੋਊਗੀ ਇਹਨਾਂ ਪਰਿਵਾਰ ਦੀ। ਮੇਰੇ ਤੇ ਕੇਸ ਕਰ ਦੇਣ, ਕੇਸ ਕਰਨ ਮੇਰੇ ਤੇ। ਨਹੀਂ, ਕੇਸ ਕਿਉਂ ਕਰਦੇ ਨੇ ਤੁਹਾਡੇ ਤੇ? ਪਬਲਿਸਿਟੀ ਭਾਲਦੇ ਹੋ ਜਾਂ ਕੀ ਕਰਦੇ? ਨਹੀਂ, ਮੈਂ ਨਹੀਂ ਭਾਲਦਾ। ਤੁਸੀਂ ਮੇਰੇ ਤੋਂ ਗੱਲ ਕੀਤੀ ਹੈ ਵੀ ਤੁਹਾਨੂੰ ਤੁਸੀਂ ਸਬੂਤ ਕਿੱਥੋਂ ਦਵਾਂਗੇ? ਮੈਂ ਆਪੇ ਦਊਂਗਾ ਜਦੋਂ ਇਹ ਮੇਰੇ ਤੇ ਕੇਸ ਕਰਨਗੇ ਤਾਂ ਦੇਣਾ ਹੀ ਆ। ਜੇ ਮੈਂ ਹੁਣ ਕਿਸੇ ਦੇ ਖਿਲਾਫ, ਤੂੰ ਹੀ ਮੇਰੇ ਖਿਲਾਫ ਬੋਲ ਕੇ ਦੇ ਲਓ, ਮੈਂ ਤੁਹਾਡੇ ਤੇ ਕੇਸ ਕਰ ਦੂੰਗਾ, ਕੇਸ ਕਰੂੰਗਾ। ਪਰ ਮੈਂ ਇਹਨਾਂ ਦੇ ਖਿਲਾਫ ਬੋਲਦਾ, ਇਹ ਮੇਰੇ ਤੇ ਕਿਉਂ ਨਹੀਂ ਕੇਸ ਕਰਦੇ? ਇਹ ਫਿਰ ਤੁਸੀਂ ਦੱਸੋਗੇ ਨਾ ਕਿਉਂ ਨਹੀਂ ਕਰਦੇ। ਤੁਹਾਡੇ ਕੋਲ ਕਿਹੜੀ ਇਦਾਂ ਦੀ ਕਿੱਦੜ ਸਿੰਘੀ ਤੁਹਾਡੇ ਹੱਥ 'ਚ ਆਈ ਹੋਈ ਹੈ ਜਿਹੜਾ ਤੁਹਾਡੇ ਖਿਲਾਫ ਬੋਲਦੇ ਨਹੀਂ? ਕਮਜ਼ੋਰੀਆਂ ਮੇਰੇ ਹੱਥ ਵਿੱਚ ਆ। ਇਹ ਮਤ ਸੋਚਣ ਮੇਰੇ ਬੰਦੇ ਅੱਜ ਵੀ ਉੱਥੇ ਕੰਮ ਕਰ ਰਹੇ ਆ। ਡੇਰੇ ਦੇ ਵਿੱਚ ਮੇਰੇ ਬੰਦੇ ਕੰਮ ਕਰ ਰਹੇ ਆ। ਮੈਂ ਅੰਤਰਜਾਮੀ ਨਹੀਂ ਆਸ਼ੂਤੋਸ਼ ਵਾਂਗੂ। ਮੈਂ ਕੱਲੇ ਡੇਰੇ ਦੀ ਇੰਚ ਦਾ ਮੈਨੂੰ ਪਤਾ ਆ। ਤੁਸੀਂ ਆਪਣੇ ਜਾਣੀ ਕਿ ਜਸੂਸ ਛੱਡੇ ਨੇ ਉੱਥੇ? ਜਸੂਸ ਹੋਏ ਕੁਛ ਹੋਏ, ਮੇਰੇ ਮਿੱਤਰ ਵੀ ਹੋ ਸਕਦੇ ਆ।
ਇਹ ਤੁਸੀਂ ਕਹਿ ਰਹੇ ਨਾ ਵੀ ਮੈਨੂੰ ਪੂਰੀ ਮੇਰੇ ਬੰਦੇ ਮਤਲਬ ਜਸੂਸ ਹੋ ਸਕਦੇ ਤੁਹਾਡੇ, ਜਿਹੜੀ ਉਹਦੀ ਜਿਹੜੀ ਹੈਗੀ ਉੱਥੇ ਅੰਦਰ ਦੀ ਵਿੱਚੇ ਜਿਹੜੀ ਰਹਿੰਦੇ, ਘਟਨਾ ਮੈਂ ਵੀ ਜਿਹੜੀ ਵਿੱਚੋਂ ਬਾਹਰ ਆਇਆ। ਤੁਹਾਨੂੰ ਦੱਸ ਰਹੇ ਨੇ। ਮੈਂ ਵੀ ਤਾਂ ਵਿੱਚੋਂ ਹੀ ਆਇਆ ਹੋਇਆ। ਉਦੋਂ ਅਸੀਂ ਵੀ ਜਸੂਸ ਹੀ ਸਾਨੂੰ ਕਹਿ ਸਕਦੇ ਸੀ ਲੋਕ। ਅਸੀਂ ਵੀ ਵਿੱਚੋਂ ਆਏ ਹੋਏ, ਜਿਹੜੇ ਬੰਦਾ ਵਿੱਚੋਂ ਆਇਆ ਵਾ। ਤੁਸੀਂ ਗੱਲ ਪਹਿਲਾਂ ਕੀਤੀ ਸੀ ਬਾਜੇ ਨਾਲ, ਘਰ ਕਾ ਭੇਤੀ ਲੰਕਾ ਢਾਵੇ। ਅਸੀਂ ਸਾਨੂੰ ਬੱਚੇ ਦਾ ਪਤਾ ਸਾਰੇ ਉੱਥੇ ਹਰ, ਜਦੋਂ ਤੁਸੀਂ ਪਿੰਡ ਵਿੱਚ ਜਾਂਦੇ ਆ ਨਾ, ਕਿਸੇ ਦਾ ਜੋ ਪਿੰਡ ਦਾ ਸਰਪੰਚ ਹੁੰਦਾ ਉਹਨੂੰ ਸਾਰੇ ਪਿੰਡ ਦਾ ਪਤਾ ਹੁੰਦਾ। ਇਹਨਾਂ ਨੇ ਬੜੀਆਂ ਗਲਤੀਆਂ ਜਿਹੜੀਆਂ ਮੇਰੇ ਹੱਥ ਵਿੱਚ ਆ, ਮੈਂ ਪ੍ਰੂਫ ਇਕੱਠੇ ਕਰਕੇ ਪੂਰੀ ਮੀਡੀਆ ਨੂੰ ਦਿਖਾਲੇ ਹੋਏ ਆ। ਇਹ ਜੋ ਵੀ ਕਰਨਗੇ ਤਾਂ ਮੈਨੂੰ ਇੱਕ ਗੱਲ ਯਾਦ ਆ ਗਈ ਆ, ਅੱਜ ਤੋਂ 25 ਸਾਲ ਪਹਿਲਾਂ ਬੁੱਚੜ 2 ਟਰੱਕ ਲੈ ਕੇ ਆਏ ਗਾਈਆਂ ਦੇ। ਕਿੱਥੇ ਲੈ ਕੇ ਆਏ? ਨੂਰਮਹਿਲ। ਨੂਰਮਹਿਲ ਦੇ ਵਿੱਚ ਸ਼ਹਿਰ ਦੇ ਜਦੋਂ ਬੜੇ ਸੱਜੇ ਹੱਥ ਮੁੜਨ ਦੇ ਬਜਾਏ ਸਰਾਂ ਦੇ ਵਿੱਚ ਉਦੋਂ ਥਾਣਾ ਹੁੰਦਾ ਸੀ, ਉਹ ਸਿੱਧੇ ਥਾਣੇ ਦੇ ਵਿੱਚ ਜਾ ਵੜੇ। ਅੱਛਾ। ਥਾਣੇ ਦੇ ਵਿੱਚ ਜਾ ਵੜੇ ਤੇ ਕੁਛ ਦਾਨੀ ਸੱਜਣ ਉਹ ਥਾਣੇ ਦੇ ਵਿੱਚ ਆਏ। ਉਹਨਾਂ ਨੇ ਗਾਈਆਂ ਨੂੰ, ਹੁਣ ਭੂਤਨਾਥ ਮੰਦਿਰ ਦੇ ਵਿੱਚ ਆਪਣੇ ਗਊਸ਼ਾਲਾ ਆ, ਮੌਜਾਂ ਲੈ ਰਹੀਆਂ, ਗਾਈਆਂ ਲੈ ਰਹੀਆਂ। ਚਲੋ ਦੁੱਧ ਵੀ ਦੁਨੀਆ ਸਾਰੇ ਸ਼ਹਿਰ ਦੇ ਉੱਥੇ 35 ਰੁਪਏ ਦੁੱਧ ਆ। ਤੇ ਇਹਨਾਂ ਠੱਗਾਂ ਦੇ ਦੁੱਧ ਜਿਹੜਾ ਆ ਨਾ, ਲੋਕਾਂ ਦੇ ਕੋਲੋਂ ਖਰੀਦ ਕੇ ਹੀ, ਦੋਧੀਆਂ ਕੋਲੋਂ ਖਰੀਦ ਕੇ ਤੇ 200 ਰੁਪਏ ਨੂੰ ਕਿਲੋ ਜਲੰਧਰ ਲੁਧਿਆਣੇ ਵੇਚਦੇ ਆ। ਤਾਂ ਸੋ ਗੱਲ, ਔਰ ਮੈਂ ਗੱਲ ਕਿਲੋ ਦੁੱਧ 200 ਰੁਪਏ ਕਿਲੋ, 200 ਰੁਪਏ ਕਿਲੋ ਇਹ ਵੇਚੀ ਜਾਂਦੇ ਆ। ਨਹੀਂ, ਇਹ ਲੋਕ ਜਿਹੜੇ 35 ਰੁਪਏ ਕਿਲੋ ਵਾਲੇ ਲੈਣ ਵਾਲੇ ਬੇਵਕੂਫ ਨੇ, ਉਹ ਜਿਹੜੇ 200 ਰੁਪਏ ਕਿਲੋ ਲਈ ਜਾਂਦੇ, ਇਹਨਾਂ ਕੋਲ ਕੀ ਚੱਕਰ ਕੀ ਆ? ਉਹਨਾਂ ਉਹ ਕਹਿੰਦੇ ਜੀ ਸਾਡੀਆਂ ਜਿਹੜੀਆਂ ਗਾਈਆਂ ਐ, ਅਮਰੀਕਾ ਦੀਆਂ ਗਾਈਆਂ ਐ, ਇਹਨਾਂ ਦਾ ਦੁੱਧ ਜਿਹੜਾ ਆ ਉਹ ਤਾਂ ਇਹ ਤਾਂ ਕਹਿੰਦੇ ਸਾਡੀਆਂ ਗਾਈਆਂ ਦੇਸੀ ਨੇ, ਪਿਓਰ ਦੇਸੀ ਨੇ, ਪਿਓਰ ਇੰਡੀਅਨ ਬਰੀਡ ਆ ਇਹ, ਵੀ ਜਿਹੜਾ ਕਿ ਇਹ ਇਸ ਨਸਲ ਦੀ ਜਿਹੜੀ ਗਾਂ ਆ ਬਹੁਤ ਦੁੱਖ ਦੂਰ ਕਰਦੀ ਆ। ਤੇ ਇਹਨਾਂ ਦੇ ਜਦੋਂ ਅਧਰੰਗ ਹੋ ਜਾਂਦਾ ਇਹਨਾਂ ਦੇ ਬੰਦਿਆਂ ਨੂੰ, ਉਹਨਾਂ ਨੂੰ ਘਰ ਕੱਢ ਦਿੰਦੇ, ਤੇ ਉਦੋਂ ਨਹੀਂ ਉਹ ਦੁੱਧ ਪਿਲਾ ਕੇ ਦੇਖ ਲੈਣ। ਉਦੋਂ ਦੁੱਧ ਕਿਉਂ ਨਹੀਂ ਪਿਲਾਉਂਦੇ ਉਹਨਾਂ ਨੂੰ? ਨਹੀਂ, ਅਧਰੰਗ ਵਾਲੇ ਕਿਸੇ ਬੰਦੇ ਨੂੰ ਬਾਹਰ ਕੱਢਿਆ ਇਹਨਾਂ ਨੇ? ਯਾਰ ਅਧਰੰਗ ਆ ਜਿਹੜਾ ਸੋਹਣ ਸਿੰਘ ਸੀਗਾ ਉਮਰਪੁਰੇ ਵਾਲਾ, ਉਹ ਕਮਲਾ ਹੋ ਗਿਆ। ਫਿਰ ਕਈਆਂ ਨੂੰ ਡੱਲੇ ਵਾਲਾ ਜਿਹੜਾ ਨਰਿੰਦਰ ਆ, ਉਹਨੂੰ ਅਧਰੰਗ ਹੋਇਆ ਇੱਦਾਂ ਫਿਰਨ ਡਿਆ ਹੋਇਆ। ਇੱਦਾਂ ਇਹ ਜਿਹੜੇ ਡੇਰਿਆਂ ਵਾਲੇ ਹੁੰਦੇ ਉਹਨਾਂ ਦੇ, ਆ ਤੁਸੀਂ ਘੋਟੜੇ ਦਾ ਮੁੰਡਾ ਦੇਖ ਲਓ, ਆ ਤੁਰਦਾ ਜਦੋਂ ਟੀਵੀ ਹੋਈ ਹੁੰਦੇ ਆ, ਇਹਨੂੰ ਵੀ ਆਸ਼ੂਤੋਸ਼ ਵਾਲਾ ਇਹਦਾ ਵੀ ਹਾਲ ਹੋਣਾ ਆ। ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਇਹਨਾਂ ਦੇ ਐਸਪੀਆਂ ਦੇ ਦਿਵਾਲੇ ਵੀ ਹੋਣਾ। ਇਹ ਵੀ ਠੱਗ ਆ। ਤੁਸੀਂ ਕਿਹਾ ਸੀ ਵੀ ਇਹ ਕੰਪਨੀਆਂ ਕਿਸ ਤਰੀਕੇ ਨਾਲ? ਤੁਸੀਂ ਕਹਿੰਦੇ ਚਲੋ ਇੱਕ ਤਾਂ ਦੁੱਧ ਦਾ 200 ਰੁਪਏ ਕਿਲੋ ਵੇਚ ਦਿੱਤਾ, ਹੋਰ ਇਸ ਤੋਂ ਇਲਾਵਾ ਤੁਸੀਂ ਕੀ ਕਰਦੇ ਹੋ? ਕੰਪਨੀ ਦੇ ਮੈਨੂੰ ਇੱਕ ਗੱਲ ਦੱਸੋ ਜੀ, ਬਾਬੇ ਨਾਨਕ ਨੇ ਬਾਲਾ ਤੇ ਮਰਦਾਨਾ ਹੀ ਨਾਲ ਰੱਖੇ ਸੀ। ਉਹਨਾਂ ਨੇ ਪੂਰਾ ਸੰਸਾਰ ਘੁੰਮ ਕੇ ਉਹਨਾਂ ਨੇ ਕਿਤੇ ਰੈਸਟੋਰੈਂਟ ਖੋਲਿਆ ਨਹੀਂ। ਇਹ ਕਹਿੰਦੇ ਵੀ ਰੱਬ ਹੀ ਇੱਥੇ ਨੂਰਮਹਿਲ ਦੇ ਵਿੱਚ ਵਸਦਾ, ਤੇ ਰੱਬ ਨੇ ਫਿਰ ਤੁਹਾਨੂੰ ਕਹਿ ਗਿਆ, ਇਹ ਜਾਂਦਾ ਕਹਿ ਗਿਆ ਵੀ ਤੁਸੀਂ ਰੈਸਟੋਰੈਂਟ ਖੋਲ ਲਓ। ਤੇ ਚਲੋ ਜੇ ਰੈਸਟੋਰੈਂਟ ਖੋਲ ਵੀ ਲਿਆ, ਲੰਗਰ ਲੱਗਦੇ ਨੇ, ਜੇ ਰੈਸਟੋਰੈਂਟ ਕਰ ਵੀ ਲਿਆ, ਲੰਗਰ ਦੇ ਜਦੋਂ ਤੁਸੀਂ ਲੰਗਰ ਛਕਣ ਜਾਂਦੇ ਆ ਤੇ ਤੁਸੀਂ ਕਿੰਨੇ ਪੈਸੇ ਦੇ ਕੇ ਆਉਂਦੇ ਆ? ਹਾਂ, ਅਸੀਂ ਤਾਂ ਜਦੋਂ ਜਾਂਦੇ ਆ ਲਗਭਗ ਪੈਸਾ ਖਰਚਣੇ ਪੈਣੇ ਉੱਥੇ ਜਾ ਕੇ। ਹੁਣ ਆਪਾਂ ਜਦੋਂ ਲੰਗਰ ਜਾਂਦੇ, ਲੰਗਰ ਵੀ ਤਾਂ ਆਪਾਂ ਦਾਨ ਪੱਤਰ ਪਾਉਣੇ ਹੀ ਆ। ਤੇ ਇਹ ਤੁਸੀਂ ਅੱਜ ਦਾਨ ਪੱਤਰ ਪਾਉਣੇ ਕਿਉਂ ਪਾਉਣ ਜਾਂਦੇ ਆ ਉੱਥੇ? ਅਸੀਂ ਕਹਿੰਦੇ ਲੰਗਰ ਕੰਟੀਨਿਊ ਚੱਲਦਾ ਰਹੇ ਤਾਂ ਕਰਕੇ। ਅੱਛਾ, ਤੁਸੀਂ ਉਹਨਾਂ ਦੇ ਜਿਹੜਾ ਰੈਸਟੋਰੈਂਟ ਚਲਾਉਣਾ ਸ਼ੁਰੂ ਤੁਸੀਂ ਕੀਤਾ ਵੀ? ਨਹੀਂ, ਆਬਵੀਅਸਲੀ ਦੇਖੋ, ਜੇ ਉਹਨਾਂ ਰੈਸਟੋਰੈਂਟ ਚਲਾਇਆ ਆ, ਹੁਣ ਉਹਦਾ ਖਾਣਾ ਤਾਂ ਦੇਖਣਾ ਪੜਦਾ ਵੀ ਕੌਣ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਨਾ। ਠੀਕ ਹੈ, ਹੁਣ ਤੁਸੀਂ ਮੈਨੂੰ ਦੱਸੋ ਵੀ ਇਹਦੇ ਵਿੱਚ ਗਲਤ ਕੀ ਹੈਗਾ ਕਿ ਬੰਦਾ ਬਿਜ਼ਨਸ ਨਹੀਂ ਕਰ ਸਕਦਾ? ਸਭ ਤੋਂ ਵੱਡੀ ਗੱਲ ਇਹ ਆ, ਜਦੋਂ ਇਹਨਾਂ ਨੇ ਉਹ ਆਸ਼ੂਤੋਸ਼ ਦੀ ਮੌਤ ਹੋ ਜਾਂਦੀ ਆ ਤੇ ਦਰਸ਼ਨ ਸਿੰਘ ਵੀ ਨਾਲ ਹੀ ਮਰਿਆ। ਦਰਸ਼ਨ ਸਿੰਘ ਵੀ ਉਹਦੇ 2 ਗੋਲੀਆਂ, ਉਹਦੇ 4 ਮੈਂ ਤੁਹਾਨੂੰ ਇੱਕ ਤੁਹਾਡੀ ਇੱਥੇ ਗੱਲ ਟੋਕ ਰਿਹਾ ਆ। ਜਿੱਦਣ ਤੁਸੀਂ ਇਹ ਗੱਲ ਕਹਿ ਰਹੇ ਹੋ ਤਾਂ ਕੰਟੀਨ ਦੀ ਗੱਲ ਕਰ, ਰੈਸਟੋਰੈਂਟ ਦੀ ਗੱਲ ਕਰ ਰਹੇ ਹੋ, ਇੱਥੇ ਫੇਰ ਕੀ ਹੋ ਗਿਆ? ਜੇ ਉਹਨਾਂ ਦੀ ਛੋਲੇ ਪੂੜੀਆਂ ਦਾ ਰੇਟ 125 ਰੁਪਏ ਹੈਗੀ ਆ, ਮਾਰਕੀਟ 'ਚ 40 ਰੁਪਏ ਪਲੇਟ ਵੀ ਮਿਲਦੀ ਆ, 30 ਰੁਪਏ ਪਲੇਟ ਵੀ ਮਿਲਦੀ ਆ, ਪਰ ਇਹ ਤਾਂ ਬਾਬੇ ਦਾ ਪਿਆਰ ਆ ਨਾ, ਜਿਹੜਾ ਲੋਕ ਉੱਥੇ 125 ਰੁਪਏ ਖਰਚਦੇ ਨੇ। ਉਹ ਇਦਾਂ ਹੀ ਰਾਮ ਰਹੀਮ ਨੇ ਵੀ ਇੱਕ ਛੋਟਾ ਜਿਹਾ ਕੱਦੂ ਦਾ ਹੀ 5 ਲੱਖ ਰੁਪਈਆ ਲੈ ਲੈਂਦਾ ਸੀਗਾ। ਇਹ ਬਾਬਿਆਂ ਦਾ ਸਾਰਿਆਂ ਦਾ ਇੱਕੋ ਹੀ ਚੀਜ਼। ਅੱਛਾ ਪੂਰਨ ਜੀ, ਮੈਨੂੰ ਇਹ ਗੱਲ ਦੱਸੋ ਵੀ ਮੈਂ ਬਾਬਾ ਬਣ ਸਕਦਾ? ਤੁਸੀਂ ਬਾਬਾ ਬਣਾ ਦਿੰਦੇ ਤੁਹਾਨੂੰ ਤਾਂ ਅਸੀਂ ਜੇ ਮੈਨੂੰ ਲੱਗਦਾ ਵੀ ਮੈਂ ਵੀ ਪੱਤਰਕਾਰ ਛੱਡ ਕੇ ਕਿਤੇ ਬਾਬੇ ਬੂਬੇ ਬਣਦੇ ਆ, ਸਾਡੇ ਵੀ ਸ਼ਾਇਦ ਥੋੜੀ ਬੜੀ ਸਬਜ਼ੀ ਵੇਚਦਾ ਕਰਾਂਗੇ। ਤੁਹਾਡਾ ਜੀ ਕਰਦਾ ਰਾਮ ਰਹੀਮ ਕੋ ਜਾਣ ਦਾ? ਨਹੀਂ, ਚਲੋ ਦੇਖੋ ਜੀ, ਜਦੋਂ ਇੰਨਾ ਕੁਝ ਖੱਟ ਲਾਂਗੇ, ਮਾੜਾ ਮੋਟਾ ਕਿਤੇ ਪੈ ਵੀ ਜਾਣਗੇ, ਕਿੱਧਰ ਕੀ ਹੋਣਾ ਨਾ। ਕਹਿੰਦੇ ਨਾ 2 ਪਈਆਂ ਕਿੱਧਰ ਗਈਆਂ। ਹੁਣ ਉਹ 20 ਸਾਲ ਕੱਢ ਵੀ ਰਿਹਾ, ਉਹ ਵੀ ਨਜ਼ਾਰੇ ਦੀ ਕੱਢਦਾ ਹੋਣਾ, ਉਹ ਕਿਹੜੇ ਐਵੇਂ ਕਰਦਾ ਹੋਣਾ। ਮੇਰੀ ਇੱਕ ਗੱਲ ਸੁਣ ਲਓ, ਜੇ ਰਾਮ ਰਹੀਮ ਤੇ ਆਸਾ ਰਾਮ, ਜਿੱਦਾਂ ਇਹ ਸਾਰੇ ਰਾਮਦਾਸ ਉਹ ਸਾਰੇ ਚਲੇ ਗਏ ਆ ਜੀ, ਤੇ ਇਹਨਾਂ ਦੀ ਹੁਣ ਅੰਦਰਲਿਆਂ ਦੀ
ਇਹ ਸੁਖਵਿੰਦਰ ਸਿੰਘ ਸੁਖੀ ਦੀ ਤੇ ਘੋਟਣੇ ਦੇ ਮੁੰਡੇ ਦੀ ਵਾਰੀ ਆ ਰਹੀ ਆ। ਇਹ ਮਤ ਸੋਚਣ ਕਿ ਨਹੀਂ ਆਉਣੀ, ਇਹਨਾਂ ਦੀ ਵੀ ਵਾਰੀ ਆ ਰਹੀ ਆ। ਰਾਮ ਦੇ ਟਾਈਮ ਦੀ ਮੈਂ ਇੱਕ ਗੱਲ ਸੁਣਾਉਣਾ ਤੁਹਾਨੂੰ ਜੀ। ਮੈਨੂੰ ਹੁਣ ਇੱਕ ਗੱਲ ਹੋਰ ਯਾਦ ਆ ਗਈ ਹੈ ਜੀ, ਪਹਿਲਾਂ ਮੈਂ ਤੁਹਾਡੀ ਗੱਲ ਟੋਕ ਰਿਹਾ, ਸੌਰੀ ਹੈ। ਤੁਸੀਂ ਗੱਲ ਕਰਦੇ ਹੋ ਰਾਮ ਰਹੀਮ ਦੇ ਡੇਰੇ ਦੀ, ਤੁਸੀਂ ਗੱਲ ਕਰਦੇ ਹੋ ਆਸਾ ਰਾਮ ਦੇ ਡੇਰੇ ਦੀ। ਆਸਾ ਰਾਮ ਦਾ ਡੇਰਾ ਆਸਾ ਰਾਮ ਨੇ ਤਾਂ ਸ਼ੁਰੂ ਨਹੀਂ ਕੀਤਾ, ਉਸ ਤੋਂ ਪਹਿਲਾਂ ਦਾ ਚੱਲਦਾ ਆ ਰਿਹਾ। ਰਾਮ ਰਹੀਮ ਦਾ ਡੇਰਾ ਵੀ ਉਸ ਤੋਂ ਪਹਿਲਾਂ ਦਾ ਸ਼ੁਰੂ ਕੀਤਾ ਆ ਰਿਹਾ। ਅਸਲ ਦੇ ਵਿੱਚ ਜੇ ਹੁਣ ਆਸ਼ੂਤੋਸ਼ ਦੀ ਗੱਲ ਕਰੀਏ, ਇਹਦਾ ਜਿਹੜਾ ਡੇਰਾ ਆ ਦਿਵਿਆ ਜੋਤੀ ਜਾਗਰਤੀ ਸੰਸਥਾਨ ਜਿਹੜਾ ਇਹ ਚੱਲਦਾ ਆ ਰਿਹਾ। ਅਸੀਂ ਦਿਵਿਆ ਜੋਤੀ ਜਾਗਰਤੀ ਸੰਸਥਾਨ ਨੂੰ ਕਿਵੇਂ ਮਾੜਾ ਕਹਿ ਸਕਦੇ ਹਾਂ? ਇਹਦੇ ਲੋਕ ਜਿਹੜੇ ਇਹਦੇ ਪੈਰੋਕਾਰ ਸੀ, ਜਿਹੜੇ ਇਹਨੂੰ ਚਲਾਉਣ ਵਾਲੇ ਆ, ਉਹੀ ਗਲਤ ਹੋ ਸਕਦੇ, ਬੰਦੇ ਗਲਤ ਹੋ ਸਕਦੇ ਆ, ਕੋਈ ਸੰਸਥਾ ਨਹੀਂ ਗਲਤ ਹੋ ਸਕਦੀ। ਜੇ ਰਾਮ ਰਹੀਮ ਦੀ ਸੰਸਥਾ ਪਹਿਲਾਂ ਚੱਲਦੀ ਸੀ ਜੀ, ਤੇ ਜੇ ਰਾਮ ਰਹੀਮ ਨੇ ਕੋਈ ਗਲਤੀ ਕੀਤੀ ਤੇ ਜੇਲ੍ਹ 'ਚ ਗਿਆ ਜੀ। ਜੇ ਆਸਾ ਰਾਮ ਨੇ ਕੋਈ ਗਲਤੀ ਕੀਤੀ ਤੇ ਜੇਲ੍ਹ 'ਚ ਗਿਆ। ਤੇ ਦੇਖੋ ਇਸ ਆਸ਼ੂਤੋਸ਼ ਨੂੰ ਸਜ਼ਾ ਕੈਸੀ ਮਿਲੀ ਆ। ਜੇ ਉਹਨੇ ਪਾਪ ਕੀਤਾ, ਧਰਤੀ ਵੇਲ ਨਹੀਂ ਦੇ ਰਹੀ, ਅਗਨੀ ਪ੍ਰਵਾਨ ਨਹੀਂ ਕਰ ਰਹੀ। ਇਹ ਮੈਂ ਗਾਣਾ ਪਹਿਲਾਂ ਤੋਂ, ਅੱਜ ਤੋਂ 15 ਸਾਲ ਪਹਿਲਾਂ ਤੋਂ ਇਹ ਲਿਖ ਦਿੱਤਾ ਵੀ ਤੇਰਾ ਹਾਲ ਕੀ ਹੋਊਗਾ। ਅੱਛਾ, ਪਹਿਲਾਂ ਆਪਾਂ ਇੱਥੇ ਗੱਲ ਰੋਕ ਦਿਓ। ਇੱਥੇ ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਗਾਣਾ ਜ਼ਰੂਰ ਸੁਣਾ ਦਿਓ। ਕਿਹੜਾ ਗਾਣਾ ਤੁਸੀਂ ਅੱਜ ਤੋਂ 15 ਸਾਲ 20 ਸਾਲ ਪਹਿਲਾਂ ਜਿਹੜਾ ਲਿਖਿਆ ਹੋਇਆ ਸੀ? ਪਹਿਲਾਂ ਗਾਣੇ ਦੇ 4 ਬੋਲ ਹੋ ਜਾਣ। ਦੇਖੋ, ਜਦੋਂ ਇਹ ਉਤੋਂ ਬਿਹਾਰ 'ਚੋਂ ਆਇਆ, ਬਿਹਾਰ 'ਚੋਂ ਆ ਕੇ ਦਿੱਲੀ ਆ ਗਿਆ, ਦਿੱਲੀ ਫਿਰ ਉੱਥੇ ਉਹ ਡਾਂਗ ਚੌਲੇ ਨੂੰ ਹੋਏ, ਉੱਥੋਂ ਇਹ ਨੂਰ ਮਹਿਲ ਆ ਗਿਆ। ਲਾਈਟਾਂ ਵਾਲਾ ਬਾਬੇ ਦਾ ਨਾਮ, ਲਾਈਟਾਂ ਵਾਲੇ ਬਾਬਾ ਜੀ, ਲਾਈਟਾਂ। ਅੱਛਾ, ਇਹਦਾ ਗੱਲ ਕਰਦੇ ਆ ਵੀ ਇਹਨੂੰ ਲਾਈਟਾਂ ਵਾਲਾ ਕਿਉਂ ਕਹਿਣ ਲੱਗੇ। ਪਹਿਲਾਂ ਮੈਂ ਇਹ ਸੁਣਾਉਣਾ ਵੀ ਇਹਨੂੰ ਲਾਈਟਾਂ ਵਾਲਾ ਕਿਉਂ ਕਹਿਣ ਲੱਗੇ। ਸੰਨ 96 ਦੇ ਵਿੱਚ ਇਹਨਾਂ ਨੇ ਜਦੋਂ ਮੇਰੇ ਨਾਲ ਵਿਵਾਦ ਬਹੁਤ ਜ਼ਿਆਦਾ ਸ਼ੁਰੂ ਹੋ ਗਿਆ ਤੇ ਮੈਂ ਸਰਾਂ ਦੇ ਮੂਹਰੇ ਇਹਨਾਂ ਦੇ ਖਿਲਾਫ ਪ੍ਰੋਗਰਾਮ ਰੱਖ ਦਿੱਤਾ। ਉਦੋਂ ਡੀਆਰ ਪੱਟੀ DIG ਸੀਗਾ ਤੇ ਅੱਜ ਸਾਡੇ ਨਾਲ ਉਹ ਸੰਗੀਤ ਸਿੱਖਦਾ ਸੀਗਾ ਜੀ। ਜਦੋਂ ਮੈਂ ਉੱਥੇ ਸ਼ੁਰੂ ਕਰ ਦਿੱਤਾ ਤੇ ਚਲੋ ਉਹ ਪਾਸ ਹੋ ਗਿਆ। ਮੈਂ ਮੇਰੇ ਗਾਣੇ ਤੋਂ ਇਹਦਾ ਲਾਈਟਾਂ ਵਾਲਾ ਜਿਹੜਾ ਅੱਜ ਦੁਨੀਆ ਲਾਈਟਾਂ ਵਾਲਾ ਕਹਿ ਰਹੀ ਹੈ ਨਾ, ਬਾਬਾ ਲਾਈਟਾਂ ਵਾਲਾ, ਤੇ ਮੇਰੇ ਗਾਣੇ ਤੋਂ ਇਹ ਲਾਈਟਾਂ ਵਾਲਾ ਮਸ਼ਹੂਰ ਹੋਇਆ। ਓਕੇ। ਮੇਰੇ ਗਾਣੇ ਤੋਂ ਉਹ ਮੈਂ ਗਾਣਾ ਕੀ ਗਾਇਆ ਸੀਗਾ, ਮੈਨੂੰ ਲਾਈਟਾਂ ਵਾਲਾ ਕਹਿੰਦੇ ਨੇ, ਉਹ ਮੇਰੇ ਭਵਨ 'ਚ ਗੁੰਡੇ ਰਹਿੰਦੇ ਨੇ, ਤੈਨੂੰ ਉਸੇ ਰਸਤੇ ਪਾ ਦੂੰਗਾ। ਉਹ ਬੱਚਾ ਘਰ-ਬਾਰ ਛੱਡ ਕੇ ਆ ਜਾਵੀਂ, ਤੇਰੇ ਅੰਦਰ ਮੈਂ ਲਾਈਟ ਜਗਾ ਦੂੰਗਾ। ਤੂੰ ਘਰ-ਬਾਰ ਛੱਡ ਕੇ ਆ ਜਾਵੀਂ, ਜੇ ਤੂੰ ਸਿੱਖ ਤਾਂ ਟਿੰਡ ਕਢਾ ਦੂੰਗਾ। ਉਹ ਜੇ ਮੋਨਾ ਤੇ ਗੁੱਤ ਰਖਾ ਦੂੰਗਾ, ਉਹ ਤੇਰੇ ਰਿਸ਼ਤੇਦਾਰ ਛਡਾ ਦੂੰਗਾ। ਬੱਚਾ ਘਰ-ਬਾਰ ਛੱਡ ਕੇ ਆ ਜਾਵੀਂ, ਤੇਰੇ ਅੰਦਰੇ ਮੈਂ ਲਾਈਟ ਜਗਾ ਦੂੰਗਾ। ਤੂੰ ਘਰ-ਬਾਰ ਛੱਡ ਕੇ ਆ ਜਾਵੀਂ। ਪਹਿਲਾਂ ਲਾਈਟ ਕਰਾਂ ਅੱਖਾਂ ਘੁੱਟ ਕੇ ਓਏ, ਰਹਿ ਜੂ ਕਮੀ ਤੇ ਕਰ ਦੂੰ ਕੁੱਟ ਕੇ ਓਏ। ਉਹ ਨਹੀਂ ਤੇ ਪੋਰੇ ਵਿੱਚ ਸੁੱਟ ਕੇ ਮੈਂ ਐਸਾ ਸਬਕ ਸਿਖਾ ਜਾਊਂਗਾ। ਬੱਚਾ ਘਰ-ਬਾਰ ਛੱਡ ਕੇ ਆ ਜਾਵੀਂ, ਤੇਰੇ ਅੰਦਰੇ ਮੈਂ ਲਾਈਟ ਜਗਾ ਦੂੰਗਾ। ਤੂੰ ਘਰ-ਬਾਰ ਛੱਡ ਕੇ ਆ ਜਾਵੀਂ। ਜੇ ਤੂੰ ਵਿੱਚ ਡੇਰੇ ਦੇ ਆਵੇਂਗਾ, ਮੂੰਹ ਮੰਗੀਆਂ ਮੁਰਾਦਾਂ ਪਾਵੇਂਗਾ। ਉਹ ਤੂੰ ਵਿੱਚ ਡੇਰੇ ਦੇ ਆਵੇਂਗਾ, ਨਾਲੇ ਦੁੱਧ ਮਲਾਈਆਂ ਖਾਵੇਂਗਾ। ਜਿੱਦਾਂ ਤੁਸੀਂ ਉੱਥੇ ਪੂੜੀਆਂ ਖਾਣੇ ਜਾ ਕੇ, ਨਾਲੇ ਦੁੱਧ ਮਲਾਈਆਂ ਖਾਵੇਂਗਾ। ਉਹ ਕੱਟੇ ਵਾਂਗ ਫਿੱਟਦਾ ਜਾਵੇਂਗਾ, ਤੇਰੀ ਚੱਲਦੀ ਨਬਜ ਰਕਾ ਦਊਂਗਾ। ਬੱਚਾ ਘਰ-ਬਾਰ ਛੱਡ ਕੇ ਆ ਜਾਵੀਂ, ਤੇਰੇ ਅੰਦਰੇ ਮੈਂ ਲਾਈਟ ਜਗਾ ਦੂੰਗਾ। ਤੂੰ ਘਰ-ਬਾਰ ਛੱਡ ਕੇ ਆ ਜਾਵੀਂ। ਤੁਸੀਂ ਬਾਬਾ ਬਣਨਾ ਚਾਹੁੰਦੇ ਸੀ ਤੇ ਤੁਹਾਡੇ ਮੈਂ ਲਾਈਟ ਜਗਾ ਦੂੰਗਾ ਕਿਸੇ ਵੇਲੇ। ਨਹੀਂ, ਮੈਨੂੰ ਹੁਣ ਇਹ ਗੱਲ ਦੱਸੋ ਵੀ ਤੁਸੀਂ ਕਿਹਾ ਵੀ ਘਰ-ਬਾਰ ਛੱਡ ਕੇ ਆ ਜਾਵੀਂ, ਤੇਰੇ ਅੰਦਰੋਂ ਲਾਈਟ ਜਗਾ ਦੂੰਗਾ। ਬਾਬਾ ਕਿਸੇ ਨੂੰ ਘਰੋਂ ਲੈਣ ਤਾਂ ਨਹੀਂ ਜਾਂਦਾ ਵੀ ਤੁਸੀਂ ਮੇਰੇ ਡੇਰੇ ਤੇ ਆਓ, ਮੇਰੇ ਕੋਲ ਇੱਥੇ ਆ ਕੇ ਚੇਲੇ ਬਣੋ, ਚੇਲੀਆਂ ਬਣੋ। ਤੇ ਫਿਰ ਅਸੀਂ ਬਾਬੇ ਨੂੰ ਕਿਵੇਂ ਗਲਤ ਕਹਿ ਸਕਦੇ? ਗਲਤੀ ਸਾਡੇ 'ਚ ਆ ਨਾ। ਅਸੀਂ ਜਦੋਂ ਜਾ ਕੇ ਡੇਰਿਆਂ 'ਚ ਮੱਥਾ ਟੇਕਦੇ ਹਾਂ, ਅਸੀਂ ਜਾ ਕੇ ਆਪਣੇ ਧੀਆਂ ਨੂੰ, ਆਪਣੀਆਂ ਭੈਣਾਂ ਨੂੰ ਚੜਾਉਣੇ ਜਾ ਕੇ। ਮੈਂ ਗੱਲ ਕੀਤੀ ਹੀ, ਕਮਲੇ ਲੱਭਣ ਦੀ ਬਹੁਤੀ ਲੋੜ ਨਹੀਂ ਪੈਂਦੀ। ਕਮਲੇ ਬਹੁਤ ਆ, ਸਾਡੇ ਵਰਗੇ ਕਮਲੇ ਆ। ਮੰਮੀ ਤਾਂ ਕਮਲਾ ਹੀ ਸੀ, ਅਸੀਂ ਵੀ ਤਾਂ ਕਮਲੇ ਹੀ ਬਣ ਕੇ ਆਏ ਸੀਗੇ। ਤੇ ਜੇ ਮਾੜੀ ਮੋਟੀ ਸੋਚ ਹੀ ਆ ਗਈ ਆ ਤੇ ਚਲੋ ਨਿਕਲ ਆਏ ਅਸੀਂ ਬਾਹਰ।
ਕਮਲੇ ਲੱਭਣ ਦੀ ਲੋੜ ਨਹੀਂ, ਤੁਸੀਂ ਮਾੜਾ ਜਿਹਾ ਬਾਬਾ ਬਣਾ ਦਿਓ, ਤੁਹਾਨੂੰ ਬਾਬਾ ਬਣਾ ਦਿੰਦਾ, ਤੁਹਾਡੇ ਕੋਲ ਦੁਨੀਆ ਆ ਜਾਏ, ਤੁਹਾਡੇ ਕੋਲ ਪਾਵਰ ਤਾਂ ਕੋਈ ਨਹੀਂ ਹੈ, ਅਸੀਂ ਦੇਣੀ ਤੁਹਾਨੂੰ ਪਾਵਰ। ਇਹ ਪਾਵਰ ਵੀ ਇਹਨਾਂ ਨੇ ਦੇ ਦਿੱਤੀ, ਭਾਜੀ ਉਹਨਾਂ ਨੇ ਪਾਵਰ ਦੇ ਦਿੱਤੀ ਤੇ ਉਹ ਬਾਬਾ ਬਣ ਗਿਆ। ਇਹਨਾਂ ਨੇ ਪ੍ਰਚਾਰ ਜਿਹੜੇ ਏਜੰਟ ਹੁੰਦੇ ਆ ਨਾ, ਏਜੰਟ ਤੁਸੀਂ ਕਹਿੰਦੇ ਆ ਵੀ ਉਹਨਾਂ ਦਾ ਸੱਦਿਆ ਤਾਂ ਨਹੀਂ, ਉਹ ਆਪ ਤੇ ਨਹੀਂ ਅੰਦਰੋਂ ਨਿਕਲਦਾ, ਏਜੰਟ ਤੇ ਸੱਦਦੇ ਹੀ ਆ ਵੀ ਆਓ ਰੱਬ ਦੇਖ ਲਓ, ਮੈਨੂੰ ਵੀ ਤਾਂ ਏਜੰਟ ਹੀ ਲੈ ਕੇ ਆਏ। ਚਲੋ ਥੋੜੀ ਤਾਂ ਏਜੰਟੀ ਵਾਲੀ ਗੱਲ ਹੋ ਗਈ, ਮੰਨ ਲਈ ਤੁਸੀਂ ਆਸ਼ੂਤੋਸ਼ ਦੇ ਨਾਲ ਰਹੇ ਹੋ, ਉਹਦੇ ਘਰ ਤੱਕ ਵੀ ਪਹੁੰਚੇ ਹੋ, ਠੀਕ ਹੈ ਜੀ। ਫਿਰ ਆਖਿਰਕਾਰ ਫਿਰ ਤੁਸੀਂ ਹੁਣ ਉਹਨਾਂ ਦੇ ਬਾਰੇ ਬੁਰਾਈਆਂ, ਆਹ ਚੀਜ਼ ਹੋ ਗਈ ਇੱਥੇ, ਆਹ ਚੀਜ਼ ਮਾੜੀ ਹੈ ਇੱਥੇ, ਆਹ ਚੀਜ਼ ਮਾੜੀ ਆ, ਵੀ ਆਖਿਰਕਾਰ ਜਿਹੜੀਆਂ ਚੀਜ਼ਾਂ ਨੂੰ ਮਾੜੀਆਂ ਤੁਹਾਨੂੰ ਦਿਸ ਪਈਆਂ ਨੇ, ਤੇ ਆਖਿਰਕਾਰ ਕੀ ਇਹ ਪੈਸੇ ਦੀ ਕੋਈ ਖੇਡ ਆ ਵੀ ਕਿਤੇ ਤੁਹਾਨੂੰ ਚਾਹੀਦਾ ਕੁਛ ਮਾਇਆ ਸ਼ਾਇਆ ਚਾਹੀਦੀ ਤਾਂ ਕਰਕੇ ਕਹਿ ਰਹੇ ਹੋ? ਕਿਤੇ ਸੁਣਿਆ ਵੀ ਇਹ ਗੱਲ ਸੁਣਨ 'ਚ ਵੀ ਆਈ ਆ ਵੀ ਪੂਰਨ ਜਿਹੜਾ ਹੈਗਾ ਪੈਸੇ ਭਾਲਦਾ ਆ, ਵੀ ਬਾਬਿਆਂ ਕੋਲੋਂ 4 ਪੈਸੇ ਮਿਲ ਜਾਣ ਤੇ ਨਜ਼ਾਰੇ ਪੈਸੇ ਤੇ ਮੈਨੂੰ ਕਿਸੇ ਬੰਦੇ ਨੇ ਗੱਲ ਦੱਸੀ ਵੀ ਇਹਨੂੰ 50,000 ਰੁਪਈਆ ਦੇ ਦਈਏ, ਤੇ ਮੈਨੂੰ ਦੇ ਕੇ ਵੀ ਦਿੱਤੇ ਵੀ ਆ ਵੀ ਜਿਹੜਾ ਮੈਂ ਚੁੱਪ ਕਰ ਜਾਵਾਂ, ਮੈਨੂੰ ਚੁੱਪ ਵੀ ਕਰਾ ਸਕਦੇ ਇਹ। ਮੈਨੂੰ ਤੇ ਨਸ਼ੇੜੀ ਵੀ ਕਹਿੰਦੇ ਆ, ਮੈਨੂੰ ਤੇ ਸ਼ਰਾਬੀ ਵੀ ਕਹੀ ਜਾਂਦੇ ਆ, ਮੈਨੂੰ ਤਾਂ ਬਹੁਤ ਕੁਝ ਕਹਿੰਦੇ ਆ, ਪਰ ਮੈਨੂੰ ਰੋਕ ਤੇ ਨਹੀਂ ਨਾ ਸਕੇ। ਜੇ ਮੈਨੂੰ ਇਹ ਪੈਸੇ ਦੇ ਕੇ ਕਹਿੰਦੇ ਵੀ ਪੈਸੇ ਦੇ ਕੇ ਇਹਨੂੰ ਰੋਕਿਆ ਜਾ ਸਕਦਾ, ਤੇ ਮੈਨੂੰ ਇਹ ਪੈਸੇ ਥੋੜੇ ਬਹੁਤ ਦੇਣ ਤਾਂ ਸ਼ਾਇਦ ਮੈਂ ਰੁਕ ਜਾਵਾਂ। ਆਪਾਂ ਹੁਣ ਇਹਦੀ ਉਪਲਬਧੀ ਮੈਂ ਪੈਸੇ ਤੇ ਤੁਸੀਂ ਮੈਨੂੰ ਇੱਕ ਗੱਲ ਦੱਸੋ ਜੀ, ਜਦੋਂ ਊਧਮ ਸਿੰਘ ਨੇ ਤੇ ਭਗਤ ਸਿੰਘ ਨੇ ਇਹ ਆਪਦੀ ਕੁਰਬਾਨੀ ਦਿੱਤੀ ਸੀ, ਉਹਨੇ ਪੈਸੇ ਮੰਗੇ ਸੀਗੇ, ਗੋਰਿਆਂ ਕੋਲ ਪੈਸੇ ਮੰਗੇ, ਇਸ ਦੇਸ਼ ਕੋਲੋਂ ਪੈਸੇ ਮੰਗੇ ਸੀ, ਉਹਨਾਂ ਨੇ ਵੀ ਲੜੇ ਸੀ। ਹੁਣ ਗੱਲ ਕਰਦੇ, ਕਈ ਗੱਲ ਕਰਦੇ ਯਾਰ ਭਗਵਾਨ ਇਹ ਆਪਣੇ ਭਗਤ ਸਿੰਘ ਹੁਣ ਜੰਮਣਾ ਚਾਹੀਦਾ, ਤੇ ਕਹਿਣਗੇ ਜ਼ਰੂਰ ਵੀ ਜੰਮਣਾ, ਤੇ ਜੰਮੇ ਯਾਰ ਕਿਸੇ ਗਵਾਂਢੀਆਂ ਦੇ ਜੰਮ ਪੈ ਕੇ, ਸਾਡੇ ਨਾਲ ਜੰਮ ਪਵੇ। ਸੋ ਗੱਲ ਆ ਵੀ ਇਹਨਾਂ ਨਾਲ ਜਿਹੜੀ ਲੜਾਈ ਲੜਨੀ ਕਿਸੇ ਕਿਸੇ ਦਾ ਕੰਮ ਹੈ, ਨਹੀਂ ਤੇ ਵੇਖ ਲਓ ਕੋਈ ਹੋਰ ਬੰਦੇ ਨੂੰ ਬੁਲਾ ਕੇ ਦੇਖ ਲਓ ਮੀਡੀਆ ਤੇ, ਜੇ ਰਾਤ ਨੂੰ ਤੁਸੀਂ ਉਹਦਾ ਵੀਡੀਓ ਬਣਾ ਲਓ ਤਾਂ ਸਵੇਰ ਨੂੰ ਜੇ ਲੱਭ ਜੂਗਾ ਤਾਂ ਕਹਿ ਦਿਓ। ਇਹ ਮੈਂ ਜਿਹੜੇ ਅਸੀਂ ਪ੍ਰੂਫ ਇਕੱਠੇ ਕਰ ਰਹੇ ਆ, ਮੈਂ ਗੱਲ ਕੀਤੀ ਸੀ ਵੀ ਸੁੱਖੀ ਜਿਹੜਾ ਆ ਐਸਪੀ ਆ, ਉਹ ਜੇਲ੍ਹ 'ਚ ਜਾਣ ਵਾਲਾ, ਅਸੀਂ ਪ੍ਰੂਫ ਇਕੱਠੇ ਕਰ ਰਹੇ ਆ। ਜੋ ਇਹਨਾਂ ਨੇ ਕਰਤੂਤਾਂ ਇਹ ਕਰ ਰਹੇ ਨਾ, ਜਿੱਦਾਂ ਘੋਟਣੇ ਦਾ ਮੁੰਡਾ ਕਰ ਰਿਹਾ ਤੇ ਸੁੱਖੀ ਕਰ ਰਿਹਾ, ਇਹਨਾਂ ਦੇ ਵੀ ਮੈਂ ਪ੍ਰੂਫ ਇਕੱਠੇ ਕਰ ਰਿਹਾ ਵੀ ਇਹਨਾਂ ਦੇ ਮੈਂ ਖਿਲਾਫ ਕਿੱਦਾਂ ਬੋਲਣਾ। ਕਿਤੇ ਨਾ ਕਿਤੇ ਸੁਣਨ 'ਚ ਵਿੱਚ ਆਇਆ ਸੀਗਾ, ਗੱਲ ਸੁਣਨ 'ਚ ਆਈ ਸੀ ਵੀ ਪੂਰਨ ਨੇ ਕਹਿ ਰਿਹਾ ਆ ਵੀ ਡੇਰੇ ਦੇ ਵਿੱਚੋਂ ਮੈਨੂੰ ਕੁਛ ਨਾ ਕੁਛ ਹਿੱਸਾ ਪਰਸੈਂਟੇਜ ਦੇ ਦੇਣ, ਹਿੱਸਾ ਪੱਤੀ ਜਿਹਨੂੰ ਕਹਿੰਦੇ। ਬੰਦਾ ਕਿਸੇ ਵੇਲੇ ਜਿਹੜਾ ਤੁਹਾਨੂੰ ਕਹਿੰਦੇ ਵੀ ਇਹ ਸੁਣਨ ਦੇ ਵਿੱਚ ਆਇਆ, ਤੂੰ ਬੰਦਾ ਕਿਉਂ ਨਹੀਂ ਮੀਡੀਆ ਦੇ ਵਿੱਚ ਆਣ ਕੇ ਬੋਲਦਾ? ਡਰਦੇ ਨਹੀਂ ਨਾ ਹੁੰਦੇ? ਮੇਰੇ ਤੋਂ ਕਾਹਦਾ ਡਰ ਹੈ? ਮੇਰੇ ਕੋਲ ਨਾ ਅਸਲਾ ਨਾ ਮੇਰੇ ਕੋਲ ਕੁਛ ਆ, ਤੂੰ ਮੇਰੇ ਖਿਲਾਫ ਬੋਲ ਦੇਵੇ। ਉਹ ਬੋਲੇ ਤੇ ਉਹਨੂੰ ਮੈਂ ਚੈਨਲ ਦੇ ਉੱਤੇ ਦੱਸੂਗਾ ਵੀ ਉਹ ਮੇਰੇ ਨਾਲ। ਮੈਂ ਹੁਣ ਕੁਝ ਉਪਲਬਧੀਆਂ ਕਰਾ ਦਿੰਦਾ ਆ ਲੈਟਾਂ ਵਾਲੇ ਜਿਹੜੇ ਇਸੇ ਆਸ਼ੂਤੋਸ਼ ਮਹਾਰਾਜ ਦੇ ਡੇਰੇ ਦੀ, ਜਿਹੜਾ ਤਿਹਾੜ ਜੇਲ੍ਹ ਦੇ ਵਿੱਚ ਇੱਕ ਡੇਰਾ ਇਹਨਾਂ ਦਾ ਬਣਿਆ ਹੋਇਆ, ਜਿੱਥੇ ਵਿੱਚ ਕਿ ਕਾਫੀ ਜਿਹੜੇ ਕੈਦੀ ਨੇ ਉਹਨਾਂ ਨੂੰ ਇੰਪਰੂਵਮੈਂਟ ਕੀਤਾ ਜਾਂਦਾ ਆ, ਉਹਨਾਂ ਨੂੰ ਚੰਗੇ ਰਸਤੇ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਕੁਛ ਅਪਾਹਜ ਲੋਕ ਨੇ ਜਿਹੜੇ ਅੱਖਾਂ ਤੋਂ ਦੇਖ ਨਹੀਂ ਸਕਦੇ, ਉਹ ਕੁਛ ਨਾ ਕੁਛ ਕਰਾਫਟ ਕਰਦੇ ਨੇ, ਕੁਛ ਆਪਣਾ ਬਿਜ਼ਨਸ ਵੀ ਗੇਨ ਕਰਦੇ ਨੇ, ਉਹ ਲੋਕਾਂ ਦੀਆਂ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਲੋਕਾਂ ਤੱਕ ਕਿਤੇ ਨਾ ਕਿਤੇ ਕੁਝ ਚੰਗੀਆਂ ਚੀਜ਼ਾਂ ਵੀ ਤਾਂ ਹੈ ਨਾ। ਜੇ ਆਪਾਂ ਕਿਸੇ ਪਾਸੇ ਗੱਲ ਕਰਦੇ ਹਾਂ ਜੀ, ਰੁੱਖ ਦੇ ਹਮੇਸ਼ਾ ਜਿਹੜੇ ਵੱਟੇ ਵੱਜਦੇ ਆ ਉਸ ਰੁੱਖ ਤੇ ਵੱਜਦੇ, ਜਿਸ ਰੁੱਖ ਦੇ ਉੱਤੇ ਕੁਛ ਲੱਗਾ ਹੁੰਦਾ ਹੈ। ਚਲੋ ਖਾਲੀ ਰੁੱਖ ਤੇ ਤਾਂ ਨਹੀਂ ਕੋਈ। ਮੈਂ ਕਹਿੰਦਾ ਜੇਲ੍ਹ ਦੇ ਵਿੱਚ ਭਾਤੇ, ਜੇਲ੍ਹ ਦਾ ਸੁਧਾਰ ਘਰ ਤੋਂ ਪਹਿਲਾਂ ਹੀ ਉਹਨੂੰ ਕਿਹਾ ਜਾਂਦਾ। ਇਹ ਨੂਰਮਹਿਲ ਦੇ ਡੇਰੇ ਵਿੱਚ ਕਿਉਂ ਨਹੀਂ ਬੰਦੇ ਬਣੇ? ਇਹ ਕਿਉਂ ਬਦਮਾਸ਼ ਆ ਜੇ ਵੀ ਆ? ਇਹ ਬਦਮਾਸ਼ ਕਿਹੜੀ ਗੱਲੋਂ ਆ? ਹੁਣ ਗੱਲ ਮੈਂ ਉੱਥੇ ਲਿਜਾ ਰਿਹਾ, ਗੱਲ ਚੱਲਦੀ ਸੀ ਗਊਸ਼ਾਲਾ ਦੀ, ਗੱਲ ਮੈਂ ਕੀਤੀ ਸੀ ਗਊਸ਼ਾਲਾ ਤੋਂ ਸ਼ੁਰੂ ਜੀ। ਜੇ ਗਊਆਂ ਨੂੰ ਕੁਝ ਸੱਜਣਾ ਨੇ ਛਡਾ ਕੇ, ਉਹਨਾਂ ਬੁੱਚੜਾਂ ਦੇ ਕੋਲੋਂ ਛਡਾ ਕੇ ਤੇ ਭੂਤਨਾਥ ਮੰਦਿਰ ਦੇ ਵਿੱਚ, ਧਰਮ ਸਥਾਨ ਦੇ ਵਿੱਚ ਉਹਨਾਂ ਦਾ ਬਣਾਤਾ ਸਾਰਾ ਜੁਗਾੜ, ਤੇ ਮੈਂ ਉਹਨਾਂ ਮਾਪਿਆਂ ਨੂੰ ਚੈਲੰਜ ਕਰ ਰਿਹਾ ਜੀ। ਐਡੇ ਬਸ਼ਰਮੇ ਆ ਮਾਪੇ, ਇਹਨਾਂ ਦੇ ਡੁੱਬ ਕੇ ਪਤਾ ਨਹੀਂ ਕਿਉਂ ਨਹੀਂ ਮਰਦੇ ਇਹਨਾਂ ਬੱਚੀਆਂ ਦੇ, ਪੜ੍ਹਾ ਲਿਖਾ ਕੇ ਤੇ ਗੁੰਡਿਆਂ ਦੇ ਇਹਨਾਂ ਬੁੱਚੜਾਂ ਦੇ ਹੱਥ ਫੜਾ ਦਿੱਤੀਆਂ, ਬੁੱਚੜਾਂ ਦੇ ਹੱਥ ਫੜਾ ਦਿੱਤੀਆਂ ਜਿਹੜੀਆਂ ਬੱਚੀਆਂ ਆ। ਕਈਆਂ ਬੱਚੀਆਂ ਨੇ ਆਪਦਾ ਚਲੋ ਛੱਡ ਕੇ ਤੇ ਵਿਆਹ ਵੀ ਕਰਾ ਲੈ ਚਲੇ ਗਏ। ਕਈ ਇਹੋ ਜਿਹੀਆਂ ਬੱਚੀਆਂ ਜਿਨ੍ਹਾਂ ਨੇ ਸੂਰਜ ਨਹੀਂ ਦੇਖਿਆ, ਮੈਂ ਤੁਹਾਨੂੰ ਪਹਿਲਾਂ ਵੀ ਗੱਲ ਦੱਸ ਜੀ। ਇਹੋ ਜਿਹੇ ਬੱਚੇ ਜਿਹੜੇ ਮਾਪੇ ਆ, ਉਹਨਾਂ ਨੂੰ ਆਸ਼ੂਤੋਸ਼ ਨਾਲੋਂ ਜ਼ਿਆਦੀ ਸਜ਼ਾ ਜਿਹੜੀ ਉਹਨਾਂ ਨੂੰ ਮਿਲੂਗੀ, ਨਾ ਮਿਲੂ ਤਾਂ ਜੋ ਮਰਜ਼ੀ ਕਹਿ ਦਿਓ। ਇਹ ਬਹੁਤ ਵੱਡੀ ਗੱਲ ਕਹਿ ਰਹੇ ਹੋ ਇਸ ਚੀਜ਼ ਨੂੰ। ਮੈਂ ਵੱਡੀ ਗੱਲ ਕਹਿ ਰਿਹਾ, ਨਹੀਂ ਤੇ ਮੇਰੇ ਤੇ ਕੇਸ ਕਰਨ, ਹਾਈ ਕੋਰਟ 'ਚ ਇਹ ਵੀ ਜਾਣਗੇ।
ਔਰ ਇਹਨਾਂ ਦਾ ਮੈਡੀਕਲ ਕਰਵਾਇਆ ਜਾਵੇ। ਜੇ ਇਹ ਕੁਵਾਰੀਆਂ ਹੋਈਆਂ, ਜੇ ਕੁਵਾਰੀਆਂ ਨਿਕਲ ਆਉਣ ਇਹ ਸਾਰੀਆਂ ਹੀ, ਤੇ ਮੈਂ ਜੱਜ ਨੂੰ ਕਹੂੰਗਾ ਮੈਨੂੰ ਫਾਂਸੀ ਦਿਓ ਇੱਥੇ ਪੱਧਰੀ। ਨਹੀਂ, ਤੁਸੀਂ ਕਿਸੇ ਦੀਆਂ ਧੀਆਂ ਭੈਣਾਂ ਤੇ ਦੋਸ਼ ਲਾ ਰਹੇ ਹੋ। ਦੋਸ਼ ਮੈਂ ਲਾ ਰਿਹਾ ਤਾਂ ਲੋਕਾਂ ਦੇ ਅਸੀਂ ਬੱਚੀਆਂ ਉਹ ਲੋਕਾਂ ਨੂੰ ਕਿਉਂ ਨਹੀਂ ਅਵੇਅਰ ਕਰਦੇ ਵੀ ਲੋਕਾਂ ਨੂੰ ਇਹਦਾ ਡੇਰਾ ਤੇ ਕਿਉਂ ਕੁੜੀਆਂ ਨੂੰ ਭੇਜਦੇ ਨੇ? ਉਹਨਾਂ ਨੂੰ ਅਵੇਅਰ ਕਿਉਂ ਨਹੀਂ ਕਰਦੇ ਤੁਸੀਂ? ਉਹਨਾਂ ਬੱਚਿਆਂ ਉਹ ਜਿਹੜੇ ਉਹ ਬੰਦੇ ਜਿਹਨਾਂ ਬੱਚੀਆਂ ਦਿੱਤੀਆਂ ਨਾ, ਇਹ ਬੱਚੀਆਂ ਦਿੱਤੀਆਂ, ਇਹਨਾਂ ਬੱਚੀਆਂ ਦੇ ਪੇਟੋਂ ਕੋਈ ਯੋਧਾ ਵੀ ਪੈਦਾ ਹੋ ਸਕਦਾ ਸੀ, ਕੋਈ ਭਗਤ ਪੈਦਾ ਹੋ ਸਕਦਾ ਸੀ। ਇਹਨਾਂ ਬੱਚੀਆਂ ਨੂੰ ਅੰਦਰ ਇਹਨਾਂ ਨੇ ਬੰਦ ਕੀਤਾ। ਜਦੋਂ ਕਲਗੀਆਂ ਵਾਲੇ ਪਾਤਸ਼ਾਹ ਨੇ ਵੀ ਇਹ ਇਹੋ ਜਿਹੇ ਜਿਹੜੇ ਇਹਨਾਂ ਨੇ ਲੜਾਈਆਂ, ਠੱਗਾਂ ਦੇ ਨਾਲ ਲੜਾਈਆਂ ਲੜੀਆਂ, ਵਿਰੋਧ ਕੀਤਾ ਇਹਨਾਂ ਨੇ। ਫਿਰ ਉਹਨਾਂ ਤੋਂ ਬਾਅਦ ਪਿੰਡਰਾਂ ਵਾਲੇ ਸੰਤਾਂ ਨੇ ਬੱਚੀਆਂ ਨੂੰ, ਗਰੀਬਾਂ ਦੀਆਂ ਬੱਚੀਆਂ ਨੂੰ ਵਿਆਹ ਕਰਵਾ ਕੇ ਉਹਨਾਂ ਦੀ ਰੱਖਿਆ ਕਰਦੇ ਰਹੇ ਆ। ਲੋਕੀ ਭਾਵੇਂ ਜੋ ਮਰਜ਼ੀ ਕਹੀ ਜਾਣ ਸੰਤਾਂ ਨੂੰ। ਉਦੋਂ ਇਹ ਬਾਬੇ ਜਿਹੜੇ ਸੀ ਖੁੱਡਾਂ ਦੇ ਵਿੱਚ ਵੜ ਗਏ। ਹੁਣ ਕਿੱਲਿਆਂ ਵਾਂਗੂ ਬਾਹਰ ਨਿਕਲ ਕੇ ਤੇ ਆਣ ਕੇ ਲੋਕਾਂ ਨੂੰ ਫਨ ਦਿਖਾਲਦੇ ਆ। ਇਹਨਾਂ ਮੈਂ ਗੱਲ ਕਰਦਾ ਆ ਵੀ ਉਹਨਾਂ ਨੇ ਰਾਖੀ ਕੀਤੀ। ਸਿੰਘਾਂ ਨੇ ਮੁਗਲਾਂ ਦੇ ਕੋਲੋਂ ਬੱਚੀਆਂ ਛਡਾ ਕੇ ਤੇ ਲੋਕਾਂ ਦੇ ਘਰਾਂ ਵਿੱਚ। ਮੈਂ ਇਹਨਾਂ ਸਿੰਘਾਂ ਨੂੰ ਹੁਣ ਜਾਂ ਜਿੱਦਾਂ ਵੀ ਯੋਧਿਆਂ ਨੂੰ ਮੈਂ ਕਹਿੰਦਾ ਆ ਵੀ ਕੋਈ ਵੀ ਜਿੱਦਾਂ ਮਤਲਬ ਮੈਂ ਸਾਰੀ ਸੰਗਤ ਨੂੰ ਇਹ ਗੱਲ ਕਹਿਣਾ ਵੀ ਅਸੀਂ ਤੁਹਾਡਾ ਵੀ ਬਣਦਾ, ਜਿੱਦਾਂ ਨੂਰਮਹਿਲ ਦੇ ਕੁਝ ਸੱਜਣਾ ਨੇ ਗਊਆਂ ਛਡਾਤੀਆਂ ਸੀ, ਤੇ ਤੁਹਾਡਾ ਵੀ ਫਰਜ਼ ਬਣਦਾ ਕਿ ਇਹ ਬੱਚੀਆਂ ਨੂੰ ਵੀ ਆਪਾਂ ਆਜ਼ਾਦ ਕਰਾਈਏ, ਆਜ਼ਾਦ ਕਰਾ ਦੇਣਾ ਚਾਹੀਦਾ। ਜੇ ਇਹ ਗੁੰਡੇ ਨਹੀਂ, ਜੇ ਇਹ ਬਦਮਾਸ਼ ਨਹੀਂ, ਜੇ ਆਸਾਰਾਮ ਬਦਮਾਸ਼ ਸੀ ਤੇ ਜੇਲ੍ਹ 'ਚ ਗਿਆ, ਜੇ ਰਾਮ ਰਹੀਮ ਬਦਮਾਸ਼ ਸੀ ਜੇਲ੍ਹ 'ਚ ਗਿਆ, ਤੇ ਜੇ ਇਹ ਬਦਮਾਸ਼ ਨਹੀਂ ਤੇ ਮੇਰੇ ਤੇ ਕੇਸ ਕਰਨ ਵੀ ਸਾਨੂੰ ਬਦਮਾਸ਼ ਕਹਿੰਦਾ। ਤੁਸੀਂ ਤਾਂ ਬੋਲ ਰਹੇ ਹੋ ਵੀ ਇਹ ਗਲਤ ਆ, ਪਰ ਕਿਸੇ ਅੱਜ ਤੱਕ ਕਿਸੇ ਕੁੜੀ ਨੇ ਨਹੀਂ ਆ ਕੇ ਬੋਲਿਆ ਵੀ ਸਾਡੇ ਨਾਲ ਉੱਥੇ ਕੁੜੀਆਂ ਦੇ ਐਦਾਂ ਡਰਾਇਆ ਹੋਇਆ ਇਹਨਾਂ ਨੂੰ ਸਰਕਾਰ ਨੂੰ ਮੈਂ ਚੈਲੰਜ ਕਰਦਾ। ਡਰਾਉਣ ਦੇ ਬਾਵਜੂਦ ਤਾਂ ਸਰਸੇ ਵਾਲੇ ਤੋਂ ਵੀ ਡਰਾਉਣ ਦੇ ਬਾਵਜੂਦ ਹੀ ਬਹੁਤ ਕੁਝ ਹੋਇਆ ਸੀ, ਪਰ ਚਿੱਠੀ ਕਿਤਨਾ ਕਿਤੇ ਨਿਕਲ ਕੇ ਰਾਸ਼ਟਰਪਤੀ ਸਾਹਿਬ ਤੱਕ ਪਹੁੰਚ ਗਈ, ਜਿੱਥੋਂ ਉਹ ਗੱਲ ਸ਼ੁਰੂ ਹੁੰਦੀ ਆ ਨਾ। ਆਖਿਰਕਾਰ ਇੱਥੋਂ ਜੇ ਇਹ ਚੀਜ਼ਾਂ ਗਲਤ ਹੁੰਦੀਆਂ ਨੇ, ਕੋਈ ਨਾ ਕੋਈ ਇੱਕ ਤਾਂ ਇੱਕ ਕੁੜੀ ਹੁੰਦੀ ਆ ਜਿਹੜੀ ਕੋਈ ਨਾ ਕੋਈ ਆ ਕੇ ਦੱਸਦੀ ਹੈ। ਮੈਂ ਕਹਿੰਦਾ ਸਰਕਾਰਾਂ ਜਿਹੜੀਆਂ ਨਾ, ਅਫਸਰ ਜਿਹੜੇ ਆ ਜਿਨ੍ਹਾਂ ਨੇ ਗੱਲ ਕੱਢਣੀ ਆ, ਪੰਜਾਬ ਦੇ ਜਿਹੜੇ ਅਫਸਰਸ਼ਾਹੀ ਆ ਉਹ ਵੀ ਇਹਨਾਂ ਦੇ ਨਾਲ ਮਿਲੀ ਹੋਈ ਆ, ਔਰ ਸਰਕਾਰ ਜਿਹੜੀ ਵੀ ਆਉਂਦੀ ਆ ਉਹ ਇਹਨਾਂ ਦੇ ਨਾਲ ਮਿਲ ਜਾਂਦੀ ਆ। ਸਰਕਾਰ ਕਿਉਂ ਮਿਲਦੀ ਆ? ਇਹਨਾਂ ਦੇ ਕੋਲ ਨਕਲੀ ਵੋਟਾਂ ਇੰਨੀਆਂ ਕੁ ਹੈਗੀਆਂ ਪੰਜਾਬ ਦੇ ਵਿੱਚ। ਜੇ ਸਰਕਾਰ ਨੂੰ ਇਹ ਬਾਬੇ ਕਹਿ ਦੇਣ ਨਾ ਵੀ ਤੈਨੂੰ ਅਸੀਂ ਐਤਕੀ ਬਿਠਾਲ ਦਾਂਗੇ ਕੁਰਸੀ ਤੇ, ਉਹੋ ਹੀ ਬੈਠੂਗਾ। ਤੇ ਉਹ ਕਿਉਂ ਕਹਿਣਗੇ? ਜੇ ਇਹੋ ਸਰਕਾਰ ਇਹਨਾਂ ਕੁੜੀਆਂ ਨੂੰ ਇੱਕ ਹਫ਼ਤਾ ਪਾਸੇ ਲੈ ਜਾਣ, ਜੇ ਇਹਨਾਂ ਦੇ ਪਰਦੇ ਫਾਸ ਨਾ ਹੋ ਜਾਣ, ਤੇ ਉਸੇ ਵੇਲੇ ਇਹ ਬਦਮਾਸ਼ ਅੰਦਰ ਨਾ ਜਾਣ, ਤੇ ਜੋ ਮਰਜ਼ੀ ਕਹੀ ਉੱਥੇ ਅੰਦਰ। ਹੁਣ ਅੰਦਰ ਤਾਂ ਕੋਈ ਲਾਸ਼ ਤੇ ਦੇਖਣ ਕੋਈ ਜਾਂਦਾ ਨਹੀਂ, ਅਫਸਰ ਲਾਸ਼ ਤੇ ਦੇਖਣ ਜਾਂਦਾ ਨਹੀਂ। ਹੁਣ ਕੁੜੀਆਂ ਨੂੰ ਛਡਾਉਣ ਕਿਹੜਾ ਜਾਵੇ? ਕੁੜੀਆਂ ਨੂੰ ਛਡਾਉਣ ਜੇ ਮੈਂ ਬੋਲ ਸਕਦਾ ਤਾਂ ਹੋਰ ਵੀ ਕੋਈ ਯੋਧੇ ਉੱਠ ਸਕਦੇ ਆ। ਇਹ ਨੂਰਮਹਿਲ ਦੇ ਵਿੱਚ ਤੁਸੀਂ ਬੋਲ ਰਹੇ ਹੋ ਜਾਂ ਸਰਦਾਰ ਸਾਹਿਬ ਬੋਲਦੇ ਨੇ, ਤੁਹਾਡੇ ਤੋਂ ਇਲਾਵਾ ਕੋਈ ਤੀਸਰਾ ਬੰਦਾ ਨੂਰਮਹਿਲ 'ਚ ਬੋਲਣ ਲਈ ਹੈ ਨਹੀਂ? ਤੇ ਉਹ ਬੋਲ ਕੇ ਦੇਖ ਲਵੇ। ਨਹੀਂ, ਮੈਂ ਉਹੀ ਗੱਲ ਕਰਦਾ ਵੀ ਜੇ ਤੁਸੀਂ ਬੋਲ ਸਕਦੇ ਹੋ, ਜੇ ਤੁਹਾਨੂੰ ਨਹੀਂ ਕੁਛ ਹੁੰਦਾ, ਫਿਰ ਤੀਸਰੇ ਲੋਕ ਕਿਉਂ ਨਹੀਂ ਬੋਲਦੇ? ਉਹ ਦੋ ਲੋਕ ਜਿਹੜੇ ਤੁਸੀਂ ਇੱਕ ਪਾਸੇ ਖੜੇ ਹੋ, ਬਾਕੀ ਜਨਤਾ ਇੱਕ ਪਾਸੇ ਖੜੀ ਆ। ਸੱਚਾਈ ਤਾਂ ਹਮੇਸ਼ਾ ਉਹ ਹੁੰਦੀ ਜਿਹਦੇ ਪਾਸੇ ਮੈਜੋਰਟੀ ਹੁੰਦੀ ਆ। ਵੋਟਾਂ ਵਿੱਚ ਵੀ ਬੰਦਾ ਉਹੀ ਜਿੱਦਾਂ ਜਿਹਦੇ ਕੋਲ ਵੋਟਾਂ ਵੱਧ ਪੈਂਦੀਆਂ। ਕੋਈ ਗੱਲ ਨਹੀਂ। ਭਗਤ ਸਿੰਘ ਦੇ ਮਗਰ ਕੁਛ ਨਹੀਂ ਸੀਗੇ ਜੀ, ਉਹਨਾਂ ਨੂੰ ਸਜ਼ਾ ਹੋ ਗਈ ਜਾਂ ਉਹ ਉਹਨਾਂ ਦੀ ਫਾਂਸੀ ਉਹਨਾਂ ਨੂੰ ਦੇ ਦਿੱਤੀ। ਊਧਮ ਸਿੰਘ ਨੂੰ ਦੇ ਮਗਰ ਕੋਈ ਨਹੀਂ, ਉਹ ਇਕੱਲਾ ਹੀ ਗਿਆ ਸੀਗਾ, ਉਹਨੂੰ ਕਰ ਦਿੱਤਾ। ਅਸੀਂ ਵੀ ਇਕੱਲੇ ਹੀ ਆ। ਜੇ ਅਸੀਂ ਗਲਤ ਬੋਲਦੇ ਤਾਂ ਸਾਨੂੰ ਸਜ਼ਾ ਚਾਹੀਦੀ ਆ, ਸਾਨੂੰ ਫਾਂਸੀ ਦੇ ਦੇਣ। ਅਗਨੇ ਇਹਨਾਂ ਦਾ ਤਾਂ ਸੱਚ ਸਾਹਮਣੇ ਆਊ। ਜੇ ਊਧਮ ਸਿੰਘ ਨੇ ਫਾਂਸੀ ਦਿੱਤੀ ਤੇ ਸਾਡਾ ਦੇਸ਼ ਆਜ਼ਾਦ ਹੋਇਆ ਜੀ। ਤੇ ਜੇ ਅੱਜ ਜਿਹੜਾ ਬਾਬਾ ਆਬਾਦ ਨੇ, ਅੱਜ ਗੱਲ ਮੈਂ ਕਰਦਾ, ਇਹ ਵੀ ਗੱਲ ਹੁੰਦੀ ਆ ਵੀ ਹਾਂ ਵੀ ਭਗਤ ਸਿੰਘ ਦਾ ਰੋਲ ਹੀ ਨਹੀਂ ਕੋਈ ਵੀ। ਭਗਤ ਸਿੰਘ ਦਾ ਅੱਤਵਾਦੀ ਸੀ, ਭਗਤ ਸਿੰਘ ਨੂੰ ਤਾਂ ਕੋਈ ਉਹਦੇ ਵਿੱਚ ਸ਼ਹੀਦੀ ਦਾ ਦਰਜਾ ਤੱਕ ਨਹੀਂ ਦਿੱਤਾ ਗਿਆ, ਦਿੰਦੇ ਨਹੀਂ। ਪਰ ਸਾਨੂੰ ਹੁਣ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਇਸ ਕਿਉਂਕਿ ਸਾਡਾ ਸਮਾਂ ਬਹੁਤ ਵੱਧ ਰਿਹਾ ਹੈ। ਤੇ ਜਾਂਦੇ ਹੁਣ ਸਾਨੂੰ ਤੁਸੀਂ ਇੱਕ ਗੱਲ ਦਾ ਜਵਾਬ ਜ਼ਰੂਰ ਦੇ ਜੋ ਵੀ ਤੁਹਾਡੀ ਜਿਹੜੀ ਲੜਾਈ ਹੈ ਇਸ ਟਾਈਮ ਡੇਰੇ ਨਾਲ ਆ ਜਾਂ ਡੇਰਿਆਂ ਦੇ ਪ੍ਰਬੰਧਕਾਂ ਦੇ ਨਾਲ ਆ? ਮੇਰੀ ਕਿਸੇ ਇਨਸਾਨ ਦੇ ਨਾਲ ਨਹੀਂ, ਮੇਰੀ ਇੱਕ ਵਿਰੋਧ ਦੇ ਨਾਮ ਵੀ ਜਾਂ ਇਹ ਚੰਗੇ ਕੰਮ ਕਰਨੇ ਸ਼ੁਰੂ ਕਰ ਦੇਣ ਜੀ, ਜੋ ਵੀ ਇਹ ਚੰਗਾ ਕੰਮ ਕਰ ਆਪਣਾ ਦਿਖਾ ਦੇਣ, ਤਾਂ ਅਸੀਂ ਉੱਥੇ ਕਵਾਂਗੇ ਵੀ ਆਹ ਬੰਦੇ ਨੇ, ਇਹਨਾਂ ਨੇ ਸਹੀ ਕੀਤਾ। ਤੁਸੀਂ ਦੱਸੋ, ਇਹਨਾਂ ਕੋਈ ਸਕੂਲ ਖੋਲ੍ਹਿਆ?
ਹੁਣ ਜੇ ਗੱਲ ਕਰੀਏ ਪਿੰਡ ਤਾਂ ਪਿੰਡ ਇਹਨਾਂ ਨੇ ਦਿਬਿਆ ਗ੍ਰਾਮ ਪਿੰਡ ਬਣਾ ਲਿਆ। ਉਹਦੇ ਵਿੱਚ ਜਿੰਨੀਆਂ ਵੀ ਕੁੜੀਆਂ ਆ ਉਹ ਕੁਵਾਰੀਆਂ, ਮੁੰਡੇ ਸਾਰੇ ਕੁਵਾਰੇ, ਮੁੰਡੇ ਵੀ ਸਾਰੇ ਕੁਵਾਰੇ ਆ। ਆਪਾਂ ਜਿਹੜਾ ਦਿਵਿਆ ਗ੍ਰਾਮ ਦੇ ਬਾਰੇ ਆਪਾਂ ਨੈਕਸਟ ਐਪੀਸੋਡ ਦੇ ਵਿੱਚ ਆਪਾਂ ਗੱਲ ਕਰਾਂਗੇ ਇਸ ਦੇ ਬਾਰੇ, ਕਿਉਂਕਿ ਸਾਡਾ ਹੁਣ ਇਸ ਟਾਈਮ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਇਸ ਕਰਕੇ ਵੀ ਆਪਾਂ ਜਿਹੜਾ ਨੈਕਸਟ ਐਪੀਸੋਡ ਦੇ ਵਿੱਚ ਜਿਹੜੇ ਹੋਰ ਵੀ ਵਿਚਾਰ ਨੇ ਤੁਹਾਡੇ ਉਹ ਆਪਾਂ ਨੈਕਸਟ ਐਪੀਸੋਡ ਦੇ ਵਿੱਚ ਲੈ ਕੇ ਚੱਲਾਂਗੇ। ਤਾਂ ਸੋ ਇਹ ਸਨ ਸਾਡੇ ਨਾਲ ਪੂਰਨ ਸਿੰਘ ਜੀ, ਜੋ ਕਿ ਆਸ਼ੂਤੋਸ਼ ਮਹਾਰਾਜ ਦੇ ਡਰਾਈਵਰ ਸਨ, ਜੋ ਕਿ ਇਹਨਾਂ ਨੇ ਇਲਜ਼ਾਮ ਲਾਏ ਨੇ, ਬਹੁਤ ਗੰਭੀਰ ਇਲਜ਼ਾਮ ਨੇ। ਅਸੀਂ ਕਿਸੇ ਵੀ ਇਲਜ਼ਾਮਾਂ ਦੀ ਅਸੀਂ ਪੁਸ਼ਟੀ ਨਹੀਂ ਕਰਦੇ ਜਿੰਨਾ ਚਿਰ ਉਹ ਇਲਜ਼ਾਮ ਕੋਰਟ ਸਾਬਤ ਨਹੀਂ ਕਰਦਾ ਜਾਂ ਸਰਕਾਰਾਂ ਸਾਬਤ ਜਿਹੜੇ ਸਾਡੇ ਪੁਲਿਸ ਹੈਗੀ ਆ ਜਾਂ ਉਹ ਸਾਬਤ ਨਹੀਂ ਹੁੰਦੀਆਂ, ਤਦ ਤੱਕ ਅਸੀਂ ਉਸ ਚੀਜ਼ ਦੇ ਉੱਤੇ ਕੋਈ ਆਪਣੀ ਟਿੱਪਣੀ ਨਹੀਂ ਕਰ ਸਕਦੇ। ਪਰ ਜੋ ਇਹ ਬੋਲ ਰਹੇ ਨੇ ਸ਼ਾਇਦ ਉਹ ਵੀ ਕਿਤੇ ਨਾ ਕਿਤੇ ਸੱਚ ਹੋ ਸਕਦਾ, ਵੀ ਜੋ ਇਹਨਾਂ ਨੇ ਵੀ ਅੰਦਰ ਡੇਰੇ 'ਚ ਦੇਖਿਆ ਹੋਇਆ ਆ ਸ਼ਾਇਦ ਉਹ ਆ ਕੇ ਬਾਹਰ ਦੱਸ ਰਹੇ ਨੇ, ਪਰ ਇਹਨਾਂ ਦੀ ਗੱਲ ਕਰਨ ਦੇ ਯਕੀਨ ਬਹੁਤ ਲੋਕ ਘੱਟ ਕਰ ਰਹੇ ਨੇ। ਆਉਣ ਵਾਲਾ ਸਮਾਂ ਦੱਸੇਗਾ, ਤੁਸੀਂ ਜ਼ਰੂਰ ਦੱਸਣਾ ਵੀ ਇਹਦੇ ਵਿੱਚ ਕਮੀ ਕਿੱਥੇ ਲੱਗ ਰਹੀ ਹੈ, ਡੇਰੇ ਵਿੱਚ ਕਮੀ ਲੱਗ ਰਹੀ ਹੈ ਜਾਂ ਪੂਰਨ ਸਿੰਘ ਦੇ ਹੁਣਾਂ ਦੇ ਵਿੱਚ ਕਮੀ ਲੱਗ ਰਹੀ ਆ, ਵੀ ਕੀ ਗਲਤੀਆਂ ਨੇ, ਕੀ ਡੇਰੇ ਵਿੱਚ ਸੁਧਾਰ ਚਾਹੀਦੇ ਨੇ, ਜਾਂ ਕੀ ਵਾਕਈ ਜੋ ਉੱਥੇ ਗਲਤ ਹੋ ਰਿਹਾ ਉਹ ਬੰਦ ਹੋਣਾ ਚਾਹੀਦਾ। ਤੁਸੀਂ ਬੜੇ ਰੋਸ਼ਨ ਕਾਟਾ ਟੀਵੀ ਦੇ ਨਾਲ, ਧੰਨਵਾਦ।